किसान कहते खेती का जिहड़ा धंधा है कोई लाहेमंद नहीं रहा, खेती घाटेमंद सौदा है, कुछ बचदा नहीं गा। साडे कोल बहुत घट जमीन होने के बावजूद एक वड्डी गड्डी लै ली। ਵੀਰ ਜੀ ਸਾਡੇ ਭਰਾ ਸੇ ਬਾਹਰ ਗਏ ਹੋਏ ਨੇ ਤੇ ਸਾਨੂੰ ਉਹਨਾਂ ਨੇ ਬਾਹਰ ਇਹ ਚੀਜ਼ਾਂ ਦੱਸੀਆਂ ਵੀ ਐਂ ਕਰਕੇ ਵੀ ਇੱਧਰ ਵੀ ਕਿਸਾਨ ਆਏ ਕਾਮਯਾਬ ਨੇ। ਵੀ ਇਸ ਗਿਆ ਵੀ ਗੰਨੇ ਦਾ ਰਸ ਵਾਲੀਆਂ ਰੇਹੜੀਆਂ ਲੱਗੀਆਂ ਹੋਈਆਂ ਨੇ ਵੀ ਉਹਨਾਂ ਤੇ ਵੀ ਮੱਖੀਆਂ ਵੀ ਭਿਣਕਦੀਆਂ ਨੇ ਵੀ ਇੰਨਾ ਕੁਝ ਹੁੰਦਾ ਵੀ ਉੱਥੇ ਕੋਈ ਐਡੀ ਹੋਰ ਸਾਫ ਸਫਾਈ ਨਹੀਂ ਹੁੰਦੀ ਵੀ ਆਪਾਂ ਕਿਉਂ ਨਾ ਆਪਾਂ ਆਪਣੇ ਕੰਮ ਹੀ ਸ਼ੁਰੂ ਕਰੀਏ। ਤੇ ਅਸੀਂ ਫਿਰ ਇਹ ਗੱਡੀ ਲੈਤੀ ਤੇ ਇਹ ਗੱਡੀ ਨੂੰ ਫਿਰ ਵਿੱਚੋਂ ਤਿਆਰ ਕਰਵਾ ਕੇ ਅਸੀਂ ਇਹਦੇ ਵਿੱਚ ਮਸ਼ੀਨ ਲਵਾਈ। किन्ने च पै गया सारा सिस्टम? ਸਾਨੂੰ ਵੀਰ ਜੀ ਸਾਨੂੰ 10 ਲੱਖ ਰੁਪਏ ਦੇ ਕਰੀਬ ਸਾਨੂੰ ਸਾਰਾ ਪ੍ਰੋਜੈਕਟ ਪੈ ਗਿਆ ਜੀ। पर आम तौर पर जोड़े गाहक होंगे आ ਜਿਹੜੀਆਂ जूस ਦੀਆਂ गन्ने ਦੇ रस ਦੀਆਂ रेहड़ियां ਲੱਗੀਆਂ ਹੁੰਦੀਆਂ ਉੱਥੋਂ जूस पीना पसंद करते ਆ। ਤੁਹਾਡੇ ਕਿਵੇਂ ਆ ਰਿਸਪੌਂਸ ਕਿਵੇਂ ਤੁਹਾਨੂੰ? ਗ੍ਰਾਹਕ ਨੂੰ ਇਹ ਗੱਲ ਦੀ ਥੋੜੀ ਜਿਹਾ ਡਾਊਟ ਰਹਿੰਦਾ ਮਨ 'ਚ ਵੀ ਖਾਣੀ ਇਹ ਮਿੱਠਾ ਪਾਉਂਦੇ ਨੇ ਜ਼ਿਆਦਾ, ਪਰ ਅਸੀਂ ਕਹਿੰਦੇ ਵੀ ਸਾਡੇ ਜਿੱਥੇ ਮਰਜ਼ੀ ਸਾਡਾ ਰਸ ਲੈ ਜਾਓ, ਜਾ ਕੇ ਲੈਬੋਰਟਰੀ ਚੈੱਕ ਕਰਵਾ ਲਓ ਵੀ ਜੇ 'ਚ ਕੋਈ ਦੂਸਰਾ ਮਿੱਠਾ ਨਿਕਲ ਆਇਆ ਵੀ ਤਾਂ ਅਸੀਂ ਤੁਹਾਨੂੰ ਦੇਣਦਾਰ ਹੋਵਾਂਗੇ। ਤੁਹਾਡੇ ਜੂਸ ਦਾ ਕੀ ਜਿਹੜੀ ਵੱਖਰਤਾ ਕੀ ਵਿਲੱਖਣਤਾ ਕੀ ਹੈ? ਤੁਹਾਡਾ ਇਹਦਾ ਫਾਇਦਾ ਕੀ ਹੈ, ਬੈਨੀਫਿਟ ਕੀ ਹੈ? ਮੈਂ ਗੰਨਿਆਂ ਦਾ ਰਸ ਰੇਹੜੀਆਂ 'ਤੇ ਪੀਂਦੇ ਹਾਂ, ਉਹ 'ਚ ਬਰਫ਼ ਮਿਲਾਵਟ ਹੋਣ ਕਰਕੇ ਬਰਫ਼ ਆਟੋਮੈਟਿਕ ਬੰਦੇ ਨੂੰ ਤੇਲ ਆਉਂਦੀ ਆ ਤੇ ਇਹਦੇ ਵਿੱਚ ਬਰਫ਼ ਨਾ ਹੋਣ ਕਰਕੇ ਇਹ 'ਚ ਕੋਈ ਮਿਲਾਵਟ ਨਾ ਹੋਣ ਕਰਕੇ ਇਹਦੇ ਨਾਲ ਤੇਜ਼ ਨਹੀਂ ਲੱਗਦੀ, ਇਹਦੇ ਨਾਲ ਰੱਜ ਆਉਂਦਾ ਤੇ ਬੰਦਾ ਪੀ ਕੇ ਸੰਤੁਸ਼ਟ ਵੀ ਹੁੰਦਾ। ਖੀਰ ਦੀ ਜਿਹੜੀ ਕਿੰਨੀ ਕੁ ਲਾਗਤ ਹੈਗੀ ਆ ਤੁਹਾਡੀ ਔਰ ਗੰਨੇ ਦੇ ਰਸ ਦੀ ਕਿੰਨੀ ਕੁ ਲਾਗਤ ਹੈ? ਸਾਡਾ ਗੰਨੇ ਦੀ ਲਾਗਤ ਵੀਰ ਜੀ 1 ਕੁਇੰਟਲ ਦੇ ਕਰੀਬ ਸਾਡਾ ਗੰਨਾ ਰੋਜ਼ ਲੱਗ ਜਾਂਦਾ, ਵੱਧ ਵੀ ਲੱਗ ਜਾਂਦਾ ਕਿਸੇ ਟਾਈਮ, ਤੇ ਬਾਕੀ ਦੀ ਖੀਰ ਆ ਸਾਡੀ 15 ਤੋਂ 20 ਕਿਲੋ ਮੰਗੂ ਲੱਗ ਜਾਂਦੀ। ਖੀਰ ਸਾਡੀ ਇੱਕ 20 ਰੁਪਏ ਤੋਂ ਇੱਕ 30 ਰੁਪਏ ਦੀ ਪੈਕਿੰਗ ਰੱਖੀ ਹੋਈ ਆ ਤੇ ਗੰਨੇ ਦਾ ਰਸ ਜਿਹੜਾ ਸਿੰਪਲ ਹੈ ਉਹ 20 ਤੋਂ 30 ਰੁਪਏ ਦਾ, ਜਿਹੜਾ ਆਪਣੇ ਫਲੇਵਰਾਂ ਨਾਲ ਨੇ ਉਹ 30 ਤੋਂ 40 ਰੁਪਏ ਦਾ। ਸਾਨੂੰ ਜ਼ਿਆਦਾਤਰ ਰਿਸਪੌਂਸ ਵਧੀਆ, ਲੋਕਾਂ ਨੇ ਇਹ ਕਿਹਾ ਵੀ ਸੋਨਾ ਬਹੁਤ ਵਧੀਆ ਕੰਮ ਹੈ, ਬਹੁਤ ਬੰਦਿਆਂ ਨੇ ਸਲਾਹ ਹੀ ਕਰੀ ਜਾਣੀ ਸੀ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਕੁਲਦੀਪ ਘੋਲੀਆ। दर्शकों लगातार पंजाब के किसान कह रहे हैं कि खेती कोई लाहेबंद सौदा नहीं रहा, खेती घाटेमंद सौदा है, खेती 'चों लगातार घाटा पै रहा है। किसान कह रहे हैं कि असी आप ते बच्चों नूं विदेश भेजना चाहुंदे हां, पर अज असी संगरूर 'च मौजूद हैं। संगरूर 'च एक अजिहे किसान दे नाल मिलावांगे, सफल किसान दे नाल मिलावांगे जिन्हां कोल ज़मीन बहुत घट है पर इस तरह का उन्होंने बिजनेस, इस तरह का कारोबार सैट किया कि अपनी घट ज़मीन दे विच ऐसी पैदावार गन्ने की कीती ते गन्ने तो अगे वो गन्ने का रस, गन्ने के रस तो खीर बना के संगरूर के बाज़ार में बेच रहे हैं तो वड्डी गिनती च लोग गाहक उन्हां कोलों ये गन्ने का रस ते गन्ने के रस की बनी हुई खीर लै रहे हैं। साडे नाल बाई जी गलबात करते हैं। बाई सत श्री अकाल, पहले स्वागत है। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡਾ ਧੰਨਵਾਦ ਪਹਿਲਾਂ ਸਾਨੂੰ ਆਪਣੇ ਚੈਨਲ ਤੇ ਪ੍ਰਮੋਟ ਕਰਨ ਦਾ। ਬਾਈ ਜੀ ਉਹਨਾਂ ਦਾ ਨਾਮ ਕਿਹੜਾ ਔਰ ਪਿੰਡ ਕੀ ਆ? ਮੇਰਾ ਪਿੰਡ ਭੁੱਲਰੜੀ ਆ ਵੀਰ ਜੀ ਤੇ ਧੂਰੀ ਦੇ ਲਾਗੇ ਮੇਰਾ ਪਿੰਡ ਆ ਤੇ ਅਸੀਂ ਨਾਮ ਮੇਰਾ ਗਰਮੀਤ ਸਿੰਘ ਆ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ, ਕਿਸਾਨ ਕਹਿੰਦੇ ਖੇਤੀ ਦਾ ਜਿਹੜਾ ਧੰਦਾ ਹੈ ਕੋਈ ਲਾਹੇਮੰਦ ਨਹੀਂ ਰਿਹਾ, खेती ਘਾਟੇਮੰਦ ਸੌਦਾ ਹੈ, ਕੁਛ ਬਚਦਾ ਨਹੀਂ ਗਾ। ਤੁਹਾਡੇ ਕੋਲ ਬਹੁਤ ਘੱਟ ਜ਼ਮੀਨ ਹੋਣ ਦੇ ਬਾਵਜੂਦ ਇੱਕ ਵੱਡੀ ਗੱਡੀ ਲੈ ਲਈ। ਕਿਸ ਤਰ੍ਹਾਂ ਪਲੈਨਿੰਗ ਦੇ ਵਿੱਚ ਆਇਆ ਕਿ ਆ ਦਿਮਾਗ ਦੇ ਵਿੱਚ ਆਇਆ, ਜ਼ਿਹਨ 'ਚ ਆਇਆ, ਕਿੱਦਾਂ ਪਲੈਨਿੰਗ ਬਣੀ ਕਿ ਆਪਾਂ ਇਸ ਤਰ੍ਹਾਂ ਦਾ ਕੰਮ ਕਰੀਏ? ਵੀਰ ਜੀ ਸਾਡੇ ਭਰਾ ਸੇ ਬਾਹਰ ਗਏ ਹੋਏ ਨੇ ਤੇ ਸਾਨੂੰ ਉਹਨਾਂ ਨੇ ਬਾਹਰ ਇਹ ਚੀਜ਼ਾਂ ਦੱਸੀਆਂ ਵੀ ਐਂ ਕਰਕੇ ਵੀ ਇੱਧਰ ਵੀ ਕਿਸਾਨ ਆਏ ਕਾਮਯਾਬ ਨੇ, ਵੀ ਇੱਧਰ ਕੋਈ ਉਹ ਨਹੀਂ ਹੈਗੀ। ਫਿਰ ਅਸੀਂ ਸੋਚਿਆ ਵੀ ਚੱਲ ਇੱਥੇ ਭਰਾ ਦੂਸਰੇ ਨੇ ਆਪਣੇ ਤੇ ਉਹਨਾਂ ਨਾਲ ਰਾਏ ਕਰੀ, ਅਸੀਂ ਕਿਹਾ ਵੀ ਆਪਾਂ ਇਹ ਕੋਈ ਕੰਮ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਆਪਾਂ ਨੂੰ ਵੱਖਰਾ ਹੋਵੇ, ਵੀ ਨਾਲੇ ਆਪਾਂ ਨੂੰ ਖੇਤੀ ਨਾਲ ਆਪਣੇ ਨਾਲ ਰਹਿ ਜਾਈਏ, ਵੀ ਨਾਲੇ ਆਪਣਾ ਕੋਈ ਉਹ ਨਾ ਹੋਵੇ। ਉਹ ਚੱਲ ਅਸੀਂ ਸੋਚੀ ਜਦੋਂ ਗੱਲ ਵੀ ਅਸੀਂ ਕਿਹਾ ਵੀ ਗੰਨੇ ਦਾ ਰਸ ਵਾਲੀਆਂ ਰੇਹੜੀਆਂ ਲੱਗੀਆਂ ਹੋਈਆਂ ਨੇ ਵੀ ਉਹਨਾਂ ਤੇ ਵੀ ਮੱਖੀਆਂ ਵੀ ਭਿਣਕਦੀਆਂ ਨੇ ਵੀ ਇੰਨਾ ਕੁਝ ਹੁੰਦਾ ਵੀ ਉੱਥੇ ਕੋਈ ਐਡੀ ਹੋਰ ਸਾਫ ਸਫਾਈ ਨਹੀਂ ਹੁੰਦੀ ਵੀ ਆਪਾਂ ਕਿਉਂ ਨਾ ਆਪਾਂ ਆਪਣੇ ਕੰਮ ਹੀ ਸ਼ੁਰੂ ਕਰੀਏ। ਤੇ ਅਸੀਂ ਜੋ ਸੋਚਿਆ ਚਲੋ ਅਸੀਂ ਫਿਰ ਗੱਡੀ ਦਾ ਪ੍ਰਬੰਧ ਕਰਿਆ, ਗੱਡੀ ਦੇਖੀ ਵੀ ਸੀਗਾ ਵੀ ਗੱਡੀ ਕਿਹੜੀ ਦੇ ਵਿੱਚ ਜਿਹੜੀ ਆਪਣੀ ਚੀਜ਼ ਸਾਰੀ ਬੰਦ ਰਹੇ ਤੇ ਅਸੀਂ ਫਿਰ ਇਹ ਗੱਡੀ ਲੈਤੀ ਤੇ ਇਹ ਗੱਡੀ ਨੂੰ ਫਿਰ ਵਿੱਚੋਂ ਤਿਆਰ ਕਰਵਾ ਕੇ ਅਸੀਂ ਇਹਦੇ ਵਿੱਚ ਮਸ਼ੀਨ ਲਵਾਈ ਤੇ ਫਿਰ ਅਸੀਂ ਆਪਦਾ ਕੰਮ ਇਹ ਸਟਾਰਟ। ਇਹ ਗੱਡੀ ਤੁਸੀਂ ਕਿੱਥੋਂ ਲਈ ਔਰ ਕਿੰਨੇ ਦੀ ਲਈ ਹੈ, ਕਿਹੜਾ ਮਾਡਲ ਗੱਡੀ ਆ? ਇਹ 14 ਮਾਡਲ ਗੱਡੀ ਆ ਵੀਰ ਜੀ, ਇਹ ਅਸੀਂ ਗੱਡੀ ਲੋਕਲੇ ਲੈਤੀ ਆ।
ਕਿੰਨੇ ਦੀ ਲਈ ਹੈ ਜੀ? ਇਹ ਗੱਡੀ 5.5 ਲੱਖ ਰੁਪਏ ਵਾਂਗੂ ਗੱਡੀ ਪੈ ਗਈ। 5.5 ਲੱਖ ਬਹੁਤ ਵੱਡੀ ਗੱਲ ਹੁੰਦੀ ਹੈ ਜੀ। ਵਿੱਚ ਵੀ ਜਿਹੜਾ ਤੁਹਾਡਾ ਸਿਸਟਮ ਲੱਗਿਆ ਬੜਾ ਮਹਿੰਗਾ ਹੋਊਗਾ, ਕਿੰਨੇ ਕੁ ਚ ਪੈ ਗਿਆ ਸਾਰਾ ਸਿਸਟਮ? ਸਾਨੂੰ ਵੀਰ ਜੀ ਸਾਨੂੰ 10 ਲੱਖ ਰੁਪਏ ਦੇ ਕਰੀਬ ਸਾਨੂੰ ਸਾਰਾ ਪ੍ਰੋਜੈਕਟ ਪੈ ਗਿਆ ਜੀ। 10 ਲੱਖ ਰੁਪਏ ਦੇ ਵਿੱਚ ਕੀ ਸਿਸਟਮ ਲਾਇਆ ਤੁਸੀਂ? ਅਸੀਂ ਇਹ ਜੀ ਵੀਰ ਜੀ 4 ਬੈਟਰੀ ਨੇ ਜਿਹੜੇ ਮਸ਼ੀਨ ਲਾਈਟ ਵਾਸਤੇ ਨੇ, ਤੇ ਬਾਕੀ ਦੇ ਵਿੱਚੋਂ ਡੈਕੋਰੇਸ਼ਨ ਕਰਵਾਈ ਹੈ ਇਹਦੀ, ਤੇ ਮਸ਼ੀਨ ਹੈ ਵਿੱਚ ਗੰਨੇ ਦਾ ਰਸ ਕੱਢਣ ਵਾਲੀ, ਤੇ ਬਾਕੀ ਦੀ ਹੋਰ ਸਹੂਲਤਾਂ ਵਿੱਚ ਰੱਖੀਆਂ ਨੇ। ਮਸ਼ੀਨ ਆ ਜਿਹੜੀ ਤੁਹਾਡੀ ਲਾਈਟ ਤੇ ਚੱਲਦੀ ਹੈ ਜਾਂ ਫਿਰ ਇਨਵਰਟਰ ਤੇ ਚੱਲਦੀ ਹੈ? ਉਹ ਇਨਵਰਟਰ ਤੇ ਚੱਲਦੀ ਹੈ ਵੀਰ ਜੀ। 4 ਬੈਟਰੀ ਨੇ, ਉਹ ਇਨਵਰਟਰ ਅਸੀਂ ਸ਼ਾਮ ਨੂੰ ਜਾ ਕੇ ਚਾਰਜ ਕਰਦੇ ਹਾਂ ਸਵੇਰ ਤੱਕ, ਫਿਰ ਅਸੀਂ ਸਾਰਾ ਦਿਨ ਉਹ ਲੰਘਾ ਦਿੰਦੇ ਹਾਂ। ਜਿਹੜੀ ਗੰਨੇ ਦੀ ਰਸ ਵਾਲੀ ਮਸ਼ੀਨ ਆ, ਇੰਡੀਅਨ ਬ੍ਰਾਂਡ ਆ ਜਾਂ ਕੋਈ ਬਾਹਰ ਲਾਇਆ? ਇੰਡੀਅਨ ਬ੍ਰਾਂਡ ਹੈ ਜੀ, ਪਰ ਹੈਗੀ ਇਹ ਹੁਣ ਤਾਂ ਤਕਰੀਬਨ ਬਹੁਤ ਆਪਣੇ ਪੰਜਾਬ 'ਚ ਆ ਗਈਆਂ ਮਸ਼ੀਨਾਂ, ਪਰ ਅਸੀਂ ਫਿਰ ਵੀ ਅਸੀਂ ਲੋਕਾਂ ਨੇ ਸਿੰਪਲ ਲੈਤੇ ਨੇ, ਅਸੀਂ ਥੋੜੀ ਜਿਹੀ ਵੱਖਰੀ ਲੈਤੇ ਆ ਜਿਹੜੀ ਵੀ ਆਪੇ ਚਿਲਡ ਕਰਦੀਆਂ ਨੇ। ਪਰ ਆਮ ਤੌਰ ਤੇ ਜਿਹੜੇ ਗਾਹਕ ਹੁੰਦੇ ਆ, ਜਿਹੜੀਆਂ ਜੂਸ ਦੀਆਂ ਗੰਨੇ ਦੇ ਰਸ ਦੀਆਂ ਰੇਹੜੀਆਂ ਲੱਗੀਆਂ ਹੁੰਦੀਆਂ, ਉੱਥੋਂ ਜੂਸ ਪੀਣਾ ਪਸੰਦ ਕਰਦੇ ਆ। ਤੁਹਾਡੇ ਕਿਵੇਂ ਆ ਰਿਸਪੌਂਸ, ਕਿਵੇਂ ਤੁਹਾਨੂੰ? ਸਾਨੂੰ ਵਿੱਚ ਵਧੀਆ ਰਿਸਪੌਂਸ ਆ ਜੀ ਵੀਰ ਜੀ, ਪਰ ਲੋਕ ਥੋੜੇ ਜਿਹੇ ਜਿਵੇਂ ਕਿ ਮੰਨ ਲਓ ਗ੍ਰਾਹਕ ਨੂੰ ਇਹ ਗੱਲ ਦੀ ਥੋੜੀ ਜਿਹਾ ਡਾਊਟ ਰਹਿੰਦਾ ਮਨ 'ਚ ਵੀ ਖਾਣੀ ਇਹ ਮਿੱਠਾ ਪਾਉਂਦੇ ਨੇ ਜ਼ਿਆਦਾ, ਪਰ ਅਸੀਂ ਕਹਿੰਦੇ ਵੀ ਸਾਡੇ ਜਿੱਥੇ ਮਰਜ਼ੀ ਸਾਡਾ ਰਸ ਲੈ ਜਾਓ, ਜਾ ਕੇ ਲੈਬੋਰਟਰੀ ਚੈੱਕ ਕਰਵਾ ਲਓ ਵੀ ਜੇ 'ਚ ਕੋਈ ਦੂਸਰਾ ਮਿੱਠਾ ਨਿਕਲ ਆਇਆ ਵੀ ਤਾਂ ਅਸੀਂ ਤੁਹਾਨੂੰ ਦੇਣਦਾਰ ਹੋਵਾਂਗੇ ਤੁਹਾਡੇ। ਪਰ ਉਹਦੇ ਕਰਕੇ ਫਿਰ ਅਸੀਂ ਜਦੋਂ ਗਾਹਕ ਨੂੰ ਸਮਝਾਈਦਾ ਵੀ ਇਹ ਰਸ ਆ, ਵੀ ਇਹ ਪਿਓਰ ਰਸ ਹੈ, ਵਿੱਚ ਕੋਈ ਮਿਲਾਵਟ ਨਹੀਂ, ਵੀ ਜਿਹੜਾ ਰੇਹੜੀਆਂ ਤੇ ਪੀਂਦੇ ਆ ਉਹਦੇ ਵਿੱਚ ਬਰਫ਼ ਹੁੰਦੀ ਅੱਧੀ, ਬਰਫ਼ ਹੋਣ ਕਰਕੇ ਉਹਦੇ ਵਿੱਚ ਅੱਧਾ ਪਾਣੀ ਮਿਕਸ ਜਾਂਦਾ, ਉਹਦੇ ਕਰਕੇ ਉਹਦਾ ਮਿੱਠਾ ਘਟ ਜਾਂਦਾ ਹੈ, ਤੇ ਇਹਦੇ 'ਚ ਕੋਈ ਮਿੱਠਾ ਨਹੀਂ ਘਟਦਾ, ਇਹਦੇ 'ਚ ਕਿਉਂ ਸਿੱਧਾ ਰਸ ਆਉਣਾ ਹੈ, ਉਹਦੇ ਨਾਲ ਤਾਂ ਵਧੀਆ ਰਸ ਦਾ ਉਹ। ਪਰ ਤੁਸੀਂ ਕਹਿੰਦੇ ਬਰਫ਼ ਪਾਏ ਤੋਂ ਠੰਡਾ ਹੁੰਦਾ, ਤਾਂ ਤੁਸੀਂ ਫਿਰ ਇਹਨੂੰ ਠੰਡਾ ਕਿੱਦਾਂ ਕਰਦੇ ਹੋ? ਇਹ 'ਚ ਵੀਰ ਜੀ ਮਸ਼ੀਨ ਆਟੋਮੈਟਿਕ ਹੈ ਜਿਹਦੇ ਵਿੱਚ ਇਹ ਠੰਡਾ ਹੋ ਕੇ ਰਸ ਆਉਂਦਾ। ਕਿੰਨਾ ਟੈਂਪਰੇਚਰ ਦਾ ਰਸ ਕਰ ਦਿੰਦੀ ਹੈ ਇਹ 6 ਡਿਗਰੀ ਤੱਕ ਟੈਂਪਰੇਚਰ ਜਿੰਨਾ ਮਰਜ਼ੀ ਡਾਊਨ ਕਰ ਲਓ ਜੀ। ਅਸੀਂ 2 ਟੈਂਪਰੇਚਰ ਤੱਕ ਡਾਊਨ ਰੱਖਿਆ ਹੋਇਆ ਵੀ ਨਾਰਮਲ ਜਿਹੜਾ ਵੀ ਗਾਹਕ ਦੇ ਗਲ ਵੀ ਨਾ ਖਰਾਬ ਹੋਵੇ, ਬਿਮਾਰ ਵੀ ਨਾ ਹੋਵੇ ਕੋਈ ਵੀ ਕੇ, ਤੇ ਨਾਲੇ ਵੀ ਆਲੇ ਨੂੰ ਪੀਣ 'ਚ ਵੀ ਵਧੀਆ ਲੱਗੇ। ਜਦੋਂ ਕੋਈ ਗਾਹਕ ਤੁਹਾਡੇ ਕੋਲ ਆਉਂਦਾ ਹੈ, ਉਹ ਕਹਿੰਦਾ ਕਿ ਮੈਨੂੰ ਜ਼ਿਆਦਾ ਠੰਡਾ ਦੇ ਦਿਓ ਜਾਂ ਨਾਰਮਲ ਹੋਵੇ, ਉਦਾਂ ਦਾ ਫਿਰ ਕਰ ਦਿੰਦੇ ਹੋ ਜੂਸ? ਹਾਂ ਵੀ ਹੋਰ ਹੋ ਵੀ ਜਾਂਦਾ ਵੀਰ ਜੀ, ਪਰ ਅਸੀਂ ਗਾਹਕ ਨੂੰ ਪਹਿਲਾਂ ਹੀ ਸਮਝਾ ਦਿੰਦੇ ਹਾਂ ਵੀ ਵੀਰ ਜੀ ਇਹ 'ਚ ਕੋਈ ਮਿਲਾਵਟ ਨਹੀਂ ਹੈਗੀ, ਵੀ ਇਹ 'ਚ ਕੋਈ ਬਰਫ਼ ਨਹੀਂ ਪਾ ਕੇ ਅਸੀਂ ਠੰਡਾ ਕਰਨ ਲੱਗੇ, ਜਾਂ ਬਰਫ਼ ਵੱਧ ਪਾਤੀ ਜਾਂ ਘੱਟ ਪਾਤੀ, ਵੀ ਉਹ ਨਹੀਂ ਹੈਗਾ ਸਾਡੇ ਕੋਲ, ਵੀ ਇਹ ਮਸ਼ੀਨ ਆਟੋਮੈਟਿਕ ਠੰਡਾ ਕਰੂ। ਜੂਸ ਦੇ ਇਹ ਫਾਇਦੇ ਕੀ ਆ? ਜੂਸ ਆਮ ਤੌਰ ਤੇ ਕਹਿੰਦੇ ਪਿਆਸ ਬੁਝਾਉਣ ਲਈ ਪੀਤਾ ਜਾਂਦਾ, ਹਾਲਾਂਕਿ ਜਿਹੜਾ ਰੇਹੜੀਆਂ ਤੋਂ ਜੂਸ ਪੀਂਦੇ ਆ ਉਸ ਜੂਸ ਪੀਣ ਦੇ ਨਾਲ ਬਹੁਤ ਸਾਰੀਆਂ ਜਿਹੜੀ ਪਿਆਸ ਜ਼ਿਆਦਾ ਲੱਗਦੀ ਆ। ਤੁਹਾਡੇ ਜੂਸ ਦਾ ਕੀ ਜਿਹੜੀ ਵੱਖਰਤਾ, ਕੀ ਵਿਲੱਖਣਤਾ ਕੀ ਹੈ ਤੁਹਾਡਾ? ਇਹਦਾ ਫਾਇਦਾ ਕੀ ਹੈ, ਬੈਨੀਫਿਟ ਕੀ ਆ? ਇਹਦਾ ਵਿਲੱਖਣਤਾ ਇਹੀ ਹੈ ਵੀਰ ਜੀ, ਪਤਾ ਗੱਲ ਹੈ ਜਿਹੜਾ ਆਪਾਂ ਗੰਨਿਆਂ ਦਾ ਰਸ ਰੇਹੜੀਆਂ ਤੇ ਪੀਂਦੇ ਆ ਉਹ 'ਚ ਬਰਫ਼ ਮਿਲਾਵਟ ਹੋਣ ਕਰਕੇ ਬਰਫ਼ ਆਟੋਮੈਟਿਕ ਬੰਦੇ ਨੂੰ ਤੇਲ ਆਉਂਦੀ ਆ, ਤੇ ਇਹਦੇ ਵਿੱਚ ਬਰਫ਼ ਨਾ ਹੋਣ ਕਰਕੇ, ਇਹ 'ਚ ਕੋਈ ਮਿਲਾਵਟ ਨਾ ਹੋਣ ਕਰਕੇ ਇਹਦੇ ਨਾਲ ਤੇਜ਼ ਨਹੀਂ ਲੱਗਦੀ, ਇਹਦੇ ਨਾਲ ਰੱਜ ਆਉਂਦਾ, ਤੇ ਬੰਦਾ ਪੀ ਕੇ ਸੰਤੁਸ਼ਟ ਵੀ ਹੁੰਦਾ। ਉਹਦੇ ਕਰਕੇ ਵੱਖਰਾ ਹੀ ਸਾਡਾ ਹੋਇਆ। ਤਾਂ ਬਾਈ ਜੀ ਇੱਕ ਖੀਰ ਮੈਂ ਪਹਿਲੀ ਵਾਰ ਸੁਣੀ ਆ ਕਿ ਖੀਰ ਗੰਨੇ ਦੇ ਰਸ ਤੋਂ ਵੀ ਬਣ ਸਕਦੀ ਹੈ। ਖੀਰ ਦੁੱਧ ਨਾਲ ਬਣਦੀ ਆ, ਖੀਰ ਪਾਣੀ ਨਾਲ ਵੀ ਬਣਾਈ ਜਾ ਸਕਦੀ ਹੈ, ਖੀਰ ਘਿਓ ਪਾ ਕੇ ਵੀ, ਕਈ ਤਰੀਕੇ ਨੇ ਖੀਰ ਬਣਾਉਣ ਦੇ। ਸੁੱਕੇ ਦੁੱਧ ਦੀ ਵੀ ਖੀਰ ਬਣ ਜਾਂਦੀ ਆ, ਪਰ ਤੁਸੀਂ ਗੰਨੇ ਦੇ ਰਸ ਦੀ ਖੀਰ, ਇਹ ਕੀ ਹਿਸਾਬ ਕਿਤਾਬ ਮੇਰੇ ਸਮਝ ਤੋਂ ਬਾਹਰ ਆ। ਇਹ ਵੀਰ ਜੀ ਸਾਡੇ ਬਜ਼ੁਰਗ ਨੇ ਸਿਆਣੇ, ਚੱਲ ਅਸੀਂ ਉਹਨਾਂ ਨਾਲ ਬੈਠੇ ਗੱਲਾਂ ਕਰ ਸੁਣਿਆ ਤਾਂ ਉਹਨਾਂ ਦੀਆਂ, ਉਹ ਕਹਿੰਦੇ ਵੀ ਪਹਿਲਾਂ ਜਿਹੜੇ ਲੋਕ ਸੀ ਆਪਣੇ ਜਾਂ ਬਜ਼ੁਰਗ ਸੀ, ਵੀ ਪਹਿਲਾਂ ਇੰਨਾ ਦੁੱਧ ਹੁੰਦੇ ਨਹੀਂ ਸੀ, ਲੋਕਾਂ ਨੂੰ ਇੰਨੀ ਸਮਝ ਨਹੀਂ ਸੀ ਵੀ ਜਿਹੜੇ ਇਹ ਗੰਨੇ ਦਾ ਰਸ ਹੁੰਦਾ ਸੀ, ਵੀ ਆਪਣਾ ਹੁਣ ਤਾਂ ਚੀਨੀ ਆ ਗਈ, ਵੀ ਪਹਿਲਾਂ ਕਿਹੜਾ ਚੀਨੀ ਹੁੰਦੀ ਸੀ, ਗੁੜ ਹੁੰਦਾ ਸੀ, ਸ਼ੱਕਰ ਹੁੰਦੀ ਸੀ, ਵੀ ਉਸੇ ਦੀ ਚੌਲ ਬਣਾ ਲੈਂਦੇ ਤੇ ਉਸੇ ਦੇ ਵਿੱਚ ਰਸ ਕੱਢ ਕੇ ਖੀਰ ਬਣਾ ਲੈਂਦੇ ਸੀ। ਫਿਰ ਅਸੀਂ ਆਪਦੇ ਘਰੇ ਕੱਢ ਕੇ ਜਿੱਦੇ ਅਸੀਂ ਇਹ ਗੱਡੀ ਲਿਆਂਦੇ ਸੀ, ਆਪ ਬਣਾ ਕੇ ਦੇਖੀ, ਸਾਨੂੰ ਵਧੀਆ ਟੇਸਟੀ ਲੱਗੀ, ਤੇ ਅਸੀਂ ਕਿਹਾ ਵੀ ਆਪਾਂ ਕਿਉਂ ਨਾ ਫਿਰ ਇਹ ਗਾਹਕਾਂ ਨੂੰ ਉਹ ਕਰੀਏ, ਤਾਂ ਵੀ ਆਪਣਾ ਨਾਲ ਤਾਂ ਪੁਰਾਣਾ ਕਲਚਰ ਜਿਵੇਂ ਕਹਿੰਦੇ ਉਹ ਲੋਕਾਂ ਨੂੰ ਸਮਝ ਆ ਜਾਊਗਾ ਵੀ ਇਹ ਵੀ ਚੀਜ਼ਾਂ ਹੁੰਦੀਆਂ ਸੀ ਕਿਸੇ ਟਾਈਮ, ਵੀ ਨਾਲੇ ਆਪਣੀ ਵੱਖਰੀ ਚੀਜ਼ ਹੋਊਗੀ। ਖੀਰ ਦੀ ਜਿਹੜੀ ਕਿੰਨੀ ਕੁ ਲਾਗਤ ਹੈਗੀ ਆ ਤੁਹਾਡੀ, ਔਰ ਗੰਨੇ ਦੇ ਰਸ ਦੀ ਕਿੰਨੀ ਕੁ ਲਾਗਤ ਆ? ਸਾਡਾ ਗੰਨੇ ਦੀ ਲਾਗਤ ਵੀਰ ਜੀ 1 ਕੁਇੰਟਲ ਦੇ ਕਰੀਬ ਸਾਡਾ ਗੰਨਾ ਰੋਜ਼ ਲੱਗ ਜਾਂਦਾ, ਵੱਧ ਵੀ ਲੱਗ ਜਾਂਦਾ ਕਿਸੇ ਟਾਈਮ, ਤੇ ਬਾਕੀ ਦੀ ਖੀਰ ਆ ਸਾਡੀ 15 ਤੋਂ 20 ਕਿਲੋ ਮੰਗੂ ਲੱਗ ਜਾਂਦੀ। ਇੰਨੀ ਖੀਰ ਫਿਰ ਤੁਸੀਂ ਹਰ ਰੋਜ਼ ਤਿਆਰ ਕਰਦੇ ਹੋ ਜਾਂ ਇਕੱਠਾ ਹੀ ਤਿਆਰ ਕਰਕੇ ਸਟਾਕ ਇਕੱਠਾ ਕਰ ਲੈਂਦੇ ਹੋ? ਵੀਰ ਜੀ ਅਸੀਂ ਪਹਿਲਾਂ 2 ਵਾਰ ਅਸੀਂ ਖੀਰ ਤਿਆਰ ਕਰਦੇ ਹਾਂ, ਜਿਵੇਂ ਮੰਨ ਲਾ ਜੇ ਅਸੀਂ ਪਹਿਲਾਂ ਸਵੇਰੇ ਅਸੀਂ 10 ਕਿਲੋ ਖੀਰ ਤਿਆਰ ਕਰਦੇ ਹਾਂ, 10 ਲੀਟਰ ਮੰਗੂ, ਤੇ ਉਹ ਜਿਵੇਂ ਮੰਨ ਲਓ ਜੇ ਹੁਣ ਮੰਨ ਲਾ ਗਾਹਕ ਦੀ ਵੱਧ ਡਿਮਾਂਡ ਆ ਗਈ ਤਾਂ ਅਸੀਂ ਆਪਦਾ ਫੋਨ ਕਰ ਲੈਂਦੇ, ਅਸੀਂ ਬਾਅਦ 'ਚ ਲੈ ਆਉਣੇ ਆ ਘਰੋਂ, ਨਹੀਂ ਅਸੀਂ ਫਿਰ ਉਨੀ ਕੁ ਮੌਕੇ ਦੇ ਹਿਸਾਬ ਨਾਲ ਕਰਦੇ ਹਾਂ, ਪਰ ਅਸੀਂ 10 ਕਿਲੋ ਰੋਜ਼ ਤਕਰੀਬਨ ਲੈ ਕੇ ਹੀ ਆਉਣੇ ਆ। ਤਾਂ ਭਾਈ ਜੀ ਇਸ ਖੀਰ ਨੂੰ ਕਿੰਨਾ ਟਾਈਮ ਰੱਖਿਆ ਜਾ ਸਕਦਾ? ਦੂਜੀ ਖੀਰ ਆਮ ਤੌਰ ਤੇ ਮੰਨਿਆ ਜਾਂਦਾ ਕਿ ਫਰਿੱਜ 'ਚ ਰੱਖ ਦਿਓ, ਜਿੰਨਾ ਟਾਈਮ ਦੁੱਧ ਨਹੀਂ ਖਰਾਬ ਹੁੰਦਾ ਉਹਦੇ 'ਚ ਪਾਇਆ ਉਹ ਖਰਾਬ ਨਹੀਂ ਹੁੰਦੀ। ਇਹ ਖੀਰ ਕਿੰਨਾ ਟਾਈਮ ਰੱਖੀ ਜਾ ਸਕਦੀ ਹੈ? ਵੀਰ ਜੀ ਇਹ 1 ਦਿਨ ਰਾਤ ਰੱਖੀ ਜਾ ਸਕਦੀ ਹੈ, ਤੇ ਇਹਦੇ 'ਚ ਕਿਉਂ ਇਹਦੇ 'ਚ ਕਿਹੜਾ ਕੋਈ ਮਿਲਾਵਟ ਹੈ? ਜਿਵੇਂ ਮੰਨ ਲਓ ਦੁੱਧ ਤਾਂ ਖੱਟਾ ਵੀ ਹੋ ਜਾਊਗਾ, ਜੰਮ ਵੀ ਜਾਊਗਾ, ਇਹ ਜੰਮਦਾ ਨਹੀਂ, ਇਹ ਰਸ ਕਰਨ ਉਹੀ ਵਧੀਆ ਹੋਈ ਮਿੱਠਾ ਰਹੋ
ਤਾਂ ਇਹਦਾ ਟੇਸਟ ਬਾਈ ਜੀ ਕਿੱਦਾਂ ਦਾ ਹੁੰਦਾ? ਗੁੜ ਦੀ ਤਰ੍ਹਾਂ ਹੁੰਦਾ ਜਾਂ ਫਿਰ ਕਿੱਦਾਂ ਦਾ ਹੁੰਦਾ ਹੈ? ਇਹਦਾ ਵੀਰ ਜੀ ਰਸ ਦਾ ਜਿਹੜਾ ਗੁੜ ਦੀ ਤਰ੍ਹਾਂ ਟੇਸਟ ਆਉਂਦਾ ਹੈ, ਪਰ ਗੁੜ ਨਾਲੋਂ ਵੱਖਰਾ ਥੋੜਾ ਜਿਹਾ ਟੇਸਟ ਆਉਂਦਾ ਹੈ। ਕਿਉਂ ਇਹ 'ਚ ਵਧੀਆ ਗਾਹਕ ਵੀ ਜਦੋਂ ਖਾਂਦੇ ਨੇ ਕਹਿੰਦੇ ਵੀ ਸਾਨੂੰ ਕਹਿੰਦੇ ਨੇ ਜਿਉਂ ਠੰਡੀ ਹੁੰਦੀ ਹੈ ਸਮਝ ਐਂ ਮੰਨ ਲਓ ਵੀ ਇੱਕ ਆਪਣਾ ਬਹੁਤ ਵਧੀਆ ਚੀਜ਼ ਬਣ ਜਾਂਦੀ ਹੈ। ਕਹਿੰਦਾ ਵੀ ਜਰਾ ਖਾਧੀ ਆ ਵੀ ਇਹ ਖੀਰ ਖਾਧੀ ਅਸੀਂ ਠੰਡੀ। ਅੱਗ ਦੇ ਸੇਕ ਤੇ ਬਣਾਉਂਦੇ ਹੋ, ਕੜਾਈ 'ਚ ਘੱਟੋ ਘੱਟ ਬਣਾਉਂਦੇ ਹੋਵੋਗੇ, ਪਰ ਠੰਡੀ ਕਿਵੇਂ ਕਰਦੇ ਹੋ? ਠੰਡੀ ਵੀਰ ਜੀ ਅਸੀਂ ਇਹਨੂੰ ਚੀਨੀ 'ਚ ਪਾ ਕੇ ਅਸੀਂ ਆਪਣੇ ਫਰਿੱਜ 'ਚ ਲਾਉਣੇ ਆ ਤੇ ਉਹਦੇ ਆਲੇ ਦੁਆਲੇ ਬਰਫ਼ ਦੇ ਲਾਉਣੇ, ਫਰਿੱਜ 'ਚੋਂ ਬਰਫ਼ ਕੱਢ ਕੇ, ਤਾਂ ਉਹਦੇ ਨਾਲ ਆਟੋਮੈਟਿਕ ਠੰਡੀ ਕਰ। ਬਾਈ ਜੀ ਜਿਵੇਂ ਤੁਸੀਂ ਗੱਲ ਕਰਦੇ ਸੀ, ਤੁਸੀਂ 4 ਬੈਟਰੀ ਲਾਏ ਹੋਏ ਆ, ਬੈਟਰੀਆਂ ਦੀ ਫਿਰ ਚਾਰਜਿੰਗ ਵਗੈਰਾ ਕਿਵੇਂ? ਸੋਲਰ ਸਿਸਟਮ ਲਾਇਆ ਜਾਂ ਫਿਰ ਕਿੱਦਾਂ ਇਹਨਾਂ ਨੂੰ ਚਾਰਜ ਕਰਦੇ ਹੋ, ਜਾਂ ਫਿਰ ਲਾਈਟ ਦੀ ਸਪਲਾਈ ਨਾਲ ਦਿੱਤੀ ਹੋਈ ਆ? ਵੀਰ ਜੀ ਅਸੀਂ ਘਰੇ ਸ਼ਾਮ ਨੂੰ ਜਾ ਕੇ ਚਾਰਜ ਲਾਉਣੇ ਆ ਤੇ ਸਾਰੀ ਰਾਤ ਚਾਰਜਿੰਗ ਹੁਣ ਕਰ ਲਾਉਣੇ ਆ। ਫਿਰ ਅਸੀਂ ਜਦੋਂ ਸਵੇਰੇ ਆਉਣੇ ਆ ਉਸ ਟਾਈਮ ਲਾ ਕੇ ਇਹਨੂੰ ਚਾਰਜਿੰਗ ਫਿਰ ਲੈ ਕੇ ਆਉਣੇ ਆ ਤੇ ਸਾਡਾ ਸਾਰਾ ਦਿਨ ਸਮਝ ਲੰਘ ਜਾਂਦੇ ਆ। ਜੇ ਰਾਤ ਸ਼ਾਮ ਸਾਨੂੰ ਲੋਡ ਵੀ ਪੈ ਜਾਂਦੀ ਹੈ ਤਾਂ ਅਸੀਂ ਇੱਥੋਂ ਘਰ ਤੋਂ ਸਪਲਾਈ ਲੈਤੀ ਹੋਈ ਆ, ਤਾਂ ਉਹਨਾਂ ਕੁ ਅਸੀਂ ਚਾਰਜ ਕਰ ਲੈਂਦੇ। ਤਾਂ ਬਾਈ ਜੀ ਇਹ ਤੁਹਾਡੇ ਫਲੇਵਰ ਲਿਖੇ ਅਲੱਗ-ਅਲੱਗ ਹੈ ਨਾ, ਅਲੱਗ-ਅਲੱਗ ਫਲੇਵਰ ਆ, ਅਲੱਗ-ਅਲੱਗ ਰੇਟ ਆ। ਜਿਹੜਾ ਗੰਨੇ ਦਾ ਰਸ ਹੁੰਦਾ ਇਹਦਾ ਫਲੇਵਰ ਨਾਲ ਕੀ ਮਤਲਬ ਆ? ਫਲੇਵਰ ਕਿੱਦਾਂ ਬਣਾਉਂਦੇ ਹੋ? ਕੋਈ ਕੈਮੀਕਲ ਪਾਉਂਦੇ ਹੋ ਜਾਂ ਕਿੱਦਾਂ? ਫਿਰ ਵੀਰ ਜੀ 'ਚ ਕੋਈ ਕੈਮੀਕਲ ਨਹੀਂ ਪਾਉਂਦੇ। ਜਿਵੇਂ ਮੰਨ ਲਓ ਕੌਫੀ ਹੈ, ਸਟ੍ਰਾਬੇਰੀ ਅੱਜ ਕੱਲ੍ਹ ਮਾਰਕੀਟ 'ਚ ਨਹੀਂ ਮਿਲ ਰਹੀ ਤਾਂ ਉਹਦਾ ਫਲੇਵਰ ਮਿਲ ਰਿਹਾ ਹੈ ਤੇ ਉਹ ਮਿਲਾਉਣਾ। ਤੇ ਬਾਕੀ ਦਾ ਪਾਈਨਐਪਲ ਹੋ ਗਿਆ ਤੇ ਮੈਂਗੋ ਹੋ ਗਿਆ ਤੇ ਆਪਣਾ ਮਿੰਟ ਹੋ ਗਿਆ, ਪੁਦੀਨਾ, ਉਹ ਅਸੀਂ ਓਰੀਜਨਲ ਵਾਲੇ ਪਾਉਣੇ। ਜ਼ਿਆਦਾਤਰ ਫਿਰ ਕਿਸ ਚੀਜ਼ ਦੀ ਡਿਮਾਂਡ ਆ? ਕਿਹੜੇ ਫਲੇਵਰ ਦੀ ਜ਼ਿਆਦਾ ਡਿਮਾਂਡ ਆ? ਜ਼ਿਆਦਾਤਰ ਡਿਮਾਂਡ ਵੀਰ ਜੀ ਪਾਈਨਐਪਲ ਸਾਡੇ ਕੋਲ ਪੀ ਲੈਂਦੇ ਨੇ ਤੇ ਜ਼ਿਆਦਾ ਤਾਂ ਲੈਮਨੇ ਜ਼ਿਆਦਾ ਪੀਂਦੇ ਨੇ ਲੋਕ, ਨਿੰਬੂ ਵਾਲਾ ਪਵਾ ਕੇ। ਤੇ ਉਹਦੇ ਕਰਕੇ ਕਿਉਂ ਗਰਮੀ ਕਾਰਨ ਥੋੜਾ ਇਹ ਚੀਜ਼ ਵਧੀਆ ਸਿਹਤ ਨੂੰ ਠੀਕ ਰਹਿੰਦੀ ਹੈ ਜੀ, ਉਹਦੇ ਕਰਕੇ ਲੈਮਨ ਜ਼ਿਆਦਾ ਪੀ ਕੇ ਰਾਜੀ। ਤਾਂ ਖੀਰ ਦੀ ਬਾਈ ਜੀ ਕਿੱਦਾਂ ਪੈਕਿੰਗ ਵਗੈਰਾ ਕਿੱਦਾਂ ਕਰਦੇ ਹੋ, ਜਾਂ ਫਿਰ ਤੁਸੀਂ ਬਣਾ ਕੇ ਉਦਾਂ ਹੀ ਰੱਖ ਲੈਂਦੇ ਹੋ? ਜਦੋਂ ਕੋਈ ਕਸਟਮਰ ਆਉਂਦਾ ਉਹਨੂੰ ਨਾਲ ਦੀ ਨਾਲ ਤੁਰੰਤ ਉਹ ਕਿਸੇ ਕੌਲੀ ਪਲੇਟ 'ਚ ਪਾ ਕੇ ਦਿੰਦੇ ਹੋ, ਜਾਂ ਫਿਰ ਪੈਕਿੰਗ ਕਰਦੇ ਹੋ? ਵੀਰ ਜੀ ਅਸੀਂ ਘਰੋਂ ਤਾਂ ਅਸੀਂ ਕਿੰਨੀਆਂ 'ਚ ਪਾ ਕੇ ਲਿਆਉਣੇ ਆ, ਅਸੀਂ ਫਰਿੱਜ 'ਚ ਰੱਖ ਕੇ ਲਿਆਉਣੇ ਆਪਦੇ 'ਚ, ਤੇ ਉਰੇ ਆ ਕੇ ਸਾਡੇ ਕੋਲੇ ਕੌਲੀਆਂ ਨੇ ਪੈਕਿੰਗ ਵਾਲੀਆਂ, ਅਸੀਂ ਉਹ 'ਚ ਉਦੋਂ ਮੌਕੇ 'ਤੇ ਹੀ ਪਾ ਕੇ ਦਿੰਦੇ ਆ। ਕਿਉਂ ਜੇ ਉਂ ਪਾ ਕੇ ਰੱਖਾਂਗੇ ਫਿਰ ਸਾਨੂੰ ਰੱਖਣ ਦਾ ਸਿਸਟਮ ਥੋੜਾ ਜਿਹਾ ਡੀਪ ਫਰਿੱਜ ਵਗੈਰਾ ਦਾ ਰੱਖਣਾ ਪਊਗਾ ਤੇ ਜਗ੍ਹਾ ਉਹ ਫਿਰ ਵੀ ਘੱਟ ਹੈ ਗੱਡੀ 'ਚ, ਉਹਦੇ ਕਰਕੇ ਅਸੀਂ ਫਿਰ ਡੀਪ ਫਰਿੱਜ ਦਾ ਰੱਖੀ ਨਹੀਂ ਪ੍ਰੋਗਰਾਮ ਵਾਲੇ। ਜਿਵੇਂ ਪੈਕਿੰਗ ਵਗੈਰਾ ਕਿਸੇ ਨੂੰ ਲੋੜ ਆ ਘਰ 'ਚ ਪੈਕਿੰਗ ਕਰਵਾ ਕੇ ਲੈ ਕੇ, ਸਾਰਾ ਪਰਿਵਾਰ ਤਾਂ ਤੁਹਾਡੇ ਕੋਲੇ ਆ ਨਹੀਂ ਸਕਦਾ, ਜੂਸ ਦੀ ਪੈਕਿੰਗ ਜਾਂ ਖੀਰ ਦੀ ਪੈਕਿੰਗ ਫਿਰ ਕਿੱਦਾਂ ਕਰਕੇ ਦਿੰਦੇ ਹੋ? ਖੀਰ ਦੀ ਪੈਕਿੰਗ ਵੀਰ ਜੀ ਸਾਡੇ ਕੋਲ ਡੱਬੀਆਂ ਨੇ ਜਿਹੜੇ ਖੀਰ ਵਾਲੇ ਪੈਕਿੰਗ ਵਾਲੀਆਂ, ਅਸੀਂ ਉਹ 'ਚ ਪੈਕਿੰਗ ਕਰਕੇ ਦਿੰਦੇ ਆ। ਤੇ ਜੇ ਆਪਣਾ ਗਾਹਕ ਜੂਸ ਲੈਣ ਵਾਸਤੇ ਆਉਂਦੇ ਨੇ, ਕਈ ਤਾਂ ਆਪਣੇ ਘਰੋਂ ਭਾਂਡਾ ਬਰਤਨ ਲਿਆਉਂਦੇ ਨੇ, ਉਹ 'ਚ ਪਾ ਕੇ ਲੈ ਜਾਂਦੇ ਨੇ, ਨਹੀਂ ਫਿਰ ਅਸੀਂ ਜਿਹੜੇ ਗਲਾਸ ਨੇ ਉਹਨਾਂ 'ਤੇ ਪੈਕਿੰਗ ਕਰਕੇ ਦਿੰਦੇ ਹਾਂ। ਬਹੁਤ ਤਰ੍ਹਾਂ ਦੇ ਕਸਟਮਰ ਤੁਹਾਡੇ ਕੋਲੇ ਆਉਂਦੇ ਹੋਣਗੇ, ਬੜੀ ਵੱਖਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹੋਣਗੀਆਂ। ਕੋਈ ਕਹਿੰਦਾ ਚੰਗਾ ਕੰਮ ਕਰ ਲਿਆ, ਸੋਹਣਾ ਕਰ ਲਿਆ, ਕੋਈ ਕਹਿੰਦੇ 2 ਕਿੱਲੇ ਕਿਸਾਨ, 2 ਕਿੱਲੇ ਕੋਲੇ ਜ਼ਮੀਨ ਆ, 10 ਲੱਖ ਰੁਪਈਆ ਥੱਪ ਲਿਆ, ਕੀ ਕਮਾ ਲੂਗਾ ਤੇ ਕੀ ਖਾ ਲੂਗਾ? ਕੀ ਗੱਲਾਂ ਹੁੰਦੀਆਂ ਅਸਲ ਚਰਚਾ ਕੀ ਹੁੰਦੀ? ਵੀਰ ਜੀ ਚਰਚਾ ਤਾਂ ਬਹੁਤ ਹੁੰਦੀ ਆ। ਹੁਣ ਕੀ ਆਪਾਂ ਦੁਨੀਆਦਾਰੀ ਆ, ਇਹ ਦੁਨੀਆਦਾਰੀ ਨੂੰ ਕੋਈ ਰਾਜੀ ਨਹੀਂ ਕਰ ਸਕਿਆ ਅੱਜ ਤੱਕ, ਨਾ ਇਹਦਾ ਪੀਰ ਪੈਗੰਬਰਾਂ ਤੋਂ ਨਹੀਂ ਰਾਜੀ ਹੋਈ, ਆਪਾਂ ਤਾਂ ਕਿਹਦੇ ਵਿਚਾਰੇ ਆ। ਤੇ ਬਾਕੀ ਦੇ ਜਿਵੇਂ ਕਹਿੰਦੇ ਜਿਹਦੀ ਜਿਹੀ ਜੀ ਸੋਚ ਹੁੰਦੀ ਉਹੀ ਜੀ ਬੰਦਾ ਸੋਚ ਲੈਂਦਾ, ਪਰ ਸਾਨੂੰ ਜ਼ਿਆਦਾਤਰ ਰਿਸਪੌਂਸ ਵਧੀਆ ਲੋਕਾਂ ਨੇ ਇਹ ਕਿਹਾ ਵੀ ਸੋਨਾ ਬਹੁਤ ਵਧੀਆ ਕੰਮ ਹੈ। ਬਹੁਤ ਬੰਦਿਆਂ ਨੇ ਸਲਾਹ ਹੀ ਕਰੀ ਜਾਣੀ ਦੀ, ਸਾਨੂੰ ਬਹੁਤ ਘੱਟ ਨਹੀਂ ਇਹ ਗੱਲ ਸੋਚੀ ਹੋਊਗੀ। ਜਿਨ੍ਹਾਂ ਨੇ ਸਾਡੇ ਮੂੰਹ ਤੇ ਨਹੀਂ ਕਿਹਾ ਹੋਊਗਾ, ਚਲ ਪਿੱਠੇ ਪਿੱਛੇ ਕਹਿੰਦੇ ਹੋਣਗੇ ਵੀ ਐਂ ਲਾਤਾ, ਵੀ ਇੰਨੇ ਪੈਸੇ ਲਾਤੇ, ਫਲਾਣਾ ਕਰਤਾ, ਪਰ ਸਾਨੂੰ ਵਿੱਚ ਰਿਸਪੌਂਸ ਬਹੁਤ ਵਧੀਆ, ਸਾਨੂੰ ਸ਼ਾਬਾਸ਼ੀ ਮੰਗ। ਇਸ ਕੰਮ 'ਚ ਤੁਹਾਡੇ ਕੌਣ ਪਰਿਵਾਰ 'ਚ ਜੁੜੇ, ਔਰ ਤੁਸੀਂ ਕਿੰਨੇ ਭਰਾ ਹੋ? ਅਸੀਂ ਭਰਾ ਵੀਰ ਜੀ ਅਸੀਂ 3 ਭਰਾ, ਪਰ ਅਲੱਗ-ਅਲੱਗ ਆ। ਪਰ ਮੇਰੇ ਤਾਈ ਦੇ ਚਾਚਾ ਜੀ ਦੇ ਮੁੰਡੇ ਨੇ, ਉਹ ਮੇਰੇ ਨਾਲ, ਇੱਕ ਭੂਆ ਜੀ ਦੇ ਲੜਕੇ ਨੇ, ਉਹ ਮੇਰਾ ਵਧੀਆ ਸਾਥ ਦਿੰਦੇ ਨੇ ਨਾਲ, ਤੇ ਬਾਕੀ ਦਾ ਆਪਣੇ ਪਰਿਵਾਰ ਸਾਡਾ। ਤੁਹਾਡਾ ਸਾਰਾ ਪਰਿਵਾਰ ਇਸ ਕੰਮ 'ਚ ਲੱਗਿਆ ਹੋਇਆ? ਤੁਹਾਡੀ ਪਤਨੀ, ਬੱਚੇ ਸਾਰੇ? ਖੀਰ ਬਣਾਉਣੀ ਹੈ, ਜੂਸ ਕੱਢਣਾ, ਗੰਨਿਆਂ ਦੀ ਧੁਲਾਈ ਕਰਨੀ ਹੈ, ਧੋਣਾ, ਸਾਰੇ ਨਾਲ ਲੱਗੇ ਹੋਏ? ਮੇਰੇ ਤਾਈ ਦੀ ਨੂੰਹ ਨੇ, ਮੇਰੇ ਵੱਡੇ ਭਰਾ ਨੇ ਜਿਹੜੇ, ਉਹਨਾਂ ਦੇ ਘਰ ਵਾਲੇ ਨੇ, ਉਹਨਾਂ ਨੂੰ ਖੀਰ ਬਣਾਉਣ ਦਾ ਐਕਸਪੈਰੀਮੈਂਟ ਜ਼ਿਆਦਾ ਹੈ ਤੇ ਉਹ ਖੀਰ ਬਣਾਉਂਦੇ ਨੇ ਤੇ ਉਹ ਕਰਕੇ ਉਹ ਬਣਾਉਂਦੇ ਨੇ। ਬਾਕੀ ਦੇ ਮੇਰੇ ਭਤੀਜੇ ਵੀ ਨਹੀਂ ਨੇ, ਉਹ ਸਾਡੇ ਨਾਲ ਲੱਗ ਜਾਂਦੇ ਨੇ ਸਾਫ਼ ਸਫਾਈ ਨੂੰ। ਸਵੇਰੇ ਅਸੀਂ ਸਾਰੇ ਜਾਣੇ ਨਾਲ ਮਿਲ ਕੇ ਅਸੀਂ ਸਾਫ਼ ਸਫਾਈ ਕਰਦੇ। ਸੋਸ਼ਲ ਮੀਡੀਆ ਦਾ ਯੁੱਗ ਆ ਜੀ ਅੱਜ ਕੱਲ੍ਹ, ਜੇ ਕੋਈ ਚੀਜ਼ ਬਣਾਉਂਦਾ ਤੇ ਨਾਲ ਦੀ ਨਾਲ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੰਦਾ। ਤੁਸੀਂ ਨਹੀਂ ਕਦੇ ਇਦਾਂ ਕਰਦੇ? ਖੀਰ ਬਣਾਉਂਦੇ ਹੋ, ਗੰਨੇ ਦਾ ਰਸ ਕੱਢਦੇ ਹੋ, ਲਓ ਭਾਈ ਅੱਜ ਅਸੀਂ ਆਹ ਚੀਜ਼ ਬਣਾ ਰਹੇ ਹੋ, ਇਦਾਂ ਦੀ ਬਣਾ ਰਹੇ ਹਾਂ, ਤੁਸੀਂ ਵੀ ਬਣਾ ਲਿਆ ਕਰੋ। ਅਸੀਂ ਨਹੀਂ ਵੀਰ ਜੀ, ਅਸੀਂ ਇਹ ਨਹੀਂ ਕਰਿਆ ਕੰਮ, ਕਿਉਂ ਸਾਨੂੰ ਟਾਈਮ ਹੀ ਨਹੀਂ ਲੱਗ ਰਿਹਾ। ਸਾਡੇ ਭਤੀਜੇ ਨੇ ਖੈਰ ਉਹ ਕਰ ਲੈਂਦੇ ਨੇ, ਪਰ ਅਸੀਂ ਜਿਵੇਂ ਕਹਿੰਦੇ ਬੱਚੇ ਨੂੰ, ਫਿਰ ਵੀ ਇਹ ਬੱਚੇ ਇਹ ਕੰਮ ਕਣੀ ਨੂੰ ਜ਼ਿਆਦਾ ਰੁਝਾਨ ਦੇ ਰਹੇ ਨੇ, ਉਹਨਾਂ ਦਾ ਇੱਧਰ ਪਾਉਣ ਵਾਲਾ, ਖੇਡਣ ਵਾਲਾ ਇੰਨਾ ਧਿਆਨ ਨਹੀਂ ਹੈਗਾ। ਤੇ ਅਸੀਂ ਚਲੋ ਵੀ ਥੋੜਾ ਮੀਡੀਆ ਵਾਲੇ ਵੀਰਾਂ ਦਾ ਧੰਨਵਾਦ ਹੈ, ਇਹ ਗੱਲ 'ਚ ਅਸੀਂ ਮੰਨਦੇ ਹਾਂ। ਅਸੀਂ ਇੱਕ ਦਿਨ ਖੜੇ ਸੀ, ਸਾਨੂੰ ਵੀਰ ਉੱਥੇ ਧਰਨਾ ਲੱਗਿਆ ਹੋਇਆ ਸੀ, ਉੱਥੇ ਆਏ ਸੀ ਸਾਡੇ ਕੋਲੇ ਜੂਸ ਪੀਣਾ। ਉਹ ਕਹਿੰਦੇ ਵੀਰ ਜੀ ਤੁਸੀਂ ਵੀ ਬਹੁਤ ਵਧੀਆ ਕੰਮ ਕਰਿਆ। ਅਸੀਂ ਕਿਹਾ ਵੀਰ ਜੀ, ਕਹਿੰਦੇ ਅਸੀਂ ਵੀ ਤੁਹਾਡੀ ਆਹ ਕਰ ਲਈਏ ਇੰਟਰਵਿਊ। ਅਸੀਂ ਕਿਹਾ ਵੀ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਉਹਨਾਂ ਨੇ ਇੰਟਰਵਿਊ ਕਰੀ ਸਾਡੇ। ਚਲੋ ਉਸ ਤੋਂ ਬਾਅਦ ਤੁਹਾਡੇ ਵੀਰ ਉਹਨਾਂ ਸਭ ਦਾ ਧੰਨਵਾਦ ਹੋਇਆ ਇਹ ਗੱਲ 'ਚੋਂ ਕਿ ਸਾਨੂੰ ਉੱਚੇ ਲੈਵਲ ਤੱਕ ਸਾਨੂੰ ਸਾਡੀ ਵੀਡੀਓ ਪਹੁੰਚਾਈ। ਬਿਲਕੁਲ, ਮੀਡੀਆ ਦਾ ਕੰਮ ਹੁੰਦਾ ਹੈ, ਜੇ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਹਦੀ ਸ਼ਲਾਘਾ ਕਰਨੀ
ਉਹਦੀ ਪ੍ਰਸ਼ੰਸਾ ਕਰਨੀ, ਲੋਕਾਂ ਤੱਕ ਉਹਦੀ ਗੱਲ ਲੈ ਕੇ ਜਾਣੀ। ਜੋ ਕੰਮ ਗਲਤ ਕਰਦਾ ਹੈ ਤੇ ਉਹਨੂੰ ਗਲਤ ਨੂੰ ਗਲਤ ਕਹਿਣਾ ਸਾਡਾ ਕੰਮ ਹੈ। ਸਮਾਜ ਦੇ ਵਿੱਚ ਰਹਿੰਦੇ ਹਾਂ, ਸਮਾਜ ਦਾ ਹਿੱਸਾ ਅਸੀਂ ਹਾਂ। ਤਾਂ ਬਾਈ ਜੀ ਸੇਲ ਦੀ ਗੱਲ ਕਰੀਏ, ਕਿੰਨੀ ਕੁ ਇਨਕਮ ਹੋ ਜਾਂਦੀ ਹੈ ਡੇਲੀ, ਕਿੰਨੀ ਕੁ ਸੇਲ ਹੋ ਜਾਂਦੀ ਹੈ, ਕਿੰਨਾ ਕੁ ਖਰਚਾ ਹੋ ਜਾਂਦਾ? ਵੀਰ ਜੀ ਸਾਡਾ ਖਰਚਾ ਤਾਂ ਚਲੋ ਰੋਜ਼ ਦੀ ਰੋਜ਼ ਖਰਚਾ ਵਿੱਚੋਂ ਨਿਕਲ ਹੀ ਵੀ ਜਾਂਦਾ ਸਮਝ, ਤੇ ਸਾਡੀ ਫਿਰ ਵੀ 4-5 ਤੋਂ 5000 ਦੇ ਕਰੀਬ ਸਾਡੀ ਸੇਲ ਹੋ ਜਾਂਦੀ ਹੈ। ਖਰਚਾ ਕਿੰਨਾ ਕੁ ਆ ਜਾਂਦਾ ਜੀ? ਖਰਚਾ ਸਾਡਾ ਮੰਨ ਲਓ 2000 ਰੁਪਏ ਦੇ ਕਰੀਬ ਖਰਚਾ ਆ ਜਾਂਦਾ। ਠੀਕ ਆ। ਤਾਂ ਗੰਨਾ ਆਪਣਾ ਆਪਦਾ ਖੁਦ ਦਾ ਕਿ ਮੁੱਲ ਲੈ ਰਹੇ ਹੋ ਸਾਈਡ ਤੇ? ਸਾਡਾ ਗੰਨਾ ਹਾਲੇ ਰਿਸ਼ਤੇਦਾਰੀ 'ਚ ਹੀ ਹੈ ਜੀ, ਹਾਲੇ ਅਸੀਂ ਸਾਈਡ ਤੋਂ ਹੀ ਲੈ ਰਹੇ ਹਾਂ ਗੰਨਾ ਰਿਸ਼ਤੇਦਾਰੀ 'ਚ ਸਮਝ ਚਲੋ, ਉਹ ਤਾਂ ਆਪਦੇ ਘਰ 'ਚ ਆਪਸਦਾਰੀ ਹੈ, ਘੱਟ ਵੱਧ ਉਹਦੇ ਚੱਲੀ ਜਾਊਗਾ, ਪਰ ਗਾਹਾਂ ਨੂੰ ਅਸੀਂ ਆਪਦਾ ਗੰਨਾ ਕਿੰਨੇ ਏਕੜ ਗੰਨਾ ਤੁਹਾਡਾ ਲਾਇਆ ਹੋਇਆ? ਸਾਡਾ ਉਹਦਾ ਕਿੱਲੇ ਦਾ ਗੰਨਾ ਉਹਨਾਂ ਦਾ ਰਖਾਇਆ ਹੋਇਆ ਜੀ ਸਾਡਾ, ਤੇ ਉਹਦੇ ਕਰਕੇ ਬਾਕੀ ਤਾਂ ਅਸੀਂ ਆਪਦੇ ਖੇਤ 'ਚ ਬੀਜਣ। ਲੱਗਦਾ ਬਾਈ ਜੀ ਗੰਨਾ 1 ਕਿੱਲਾ ਰਸ ਕੱਢ ਕੇ ਜਾਂ ਫਿਰ ਖੀਰ ਬਣਾ ਕੇ ਤੁਹਾਡੀ ਸਾਰੀ ਖਪਤ ਹੋ ਜੂ? ਵੀਰ ਜੀ ਖਪਤ ਤਾਂ ਹੋ ਜੂਗੀ, ਚੱਲ ਜੇ ਬਾਕੀ ਤਾਂ ਅਸੀਂ ਹੋਰ ਸਲਾਹ ਹੈ ਵੀ ਜਿਵੇਂ ਆਪਣਾ ਘਲਾੜੀ ਤੇ ਗੁੜ ਆਪਦਾ ਗੁੜ ਕਢਾ ਲਾਂਗੇ, ਆਪਦੇ ਜਿਵੇਂ ਗਾਹਕ ਮੰਗਣਗੇ ਜਾਂ ਆਪਾਂ ਘਰੇ ਵਰਤਣ ਨੂੰ ਵੀ ਅਸੀਂ ਤਾਂ ਚੀਨੀ ਛੱਡ ਰਹੇ ਹਾਂ, ਪਰ ਜਿਵੇਂ ਕਹਿੰਦੇ ਉਹ ਪਹਿਲਾਂ ਜਿਹੜੀ ਲੱਗਣ ਲੱਗੀ ਉਹ ਹੌਲੀ ਹੌਲੀ ਸੁੱਟੂਗੀ। ਉਹ ਜਿਵੇਂ ਕਹਿੰਦੇ ਹੁਣ ਅਸੀਂ ਆਪਦੇ ਬੱਚਿਆਂ ਨੂੰ ਵੀ, ਹੁਣ ਬੱਚੇ ਵੀ ਕਹਿੰਦੇ ਨੇ ਵੀ ਗੁੜ ਦੀ ਚਾਹ ਪੀਣੀ ਹੈ, ਅਸੀਂ ਆਪਦੇ ਘਰੇ ਸ਼ੱਕਰ ਦੀ ਚਾਹ ਪੀਂਦੇ ਹਾਂ, ਚਾਹ ਸਾਨੂੰ ਬਹੁਤ ਵਧੀਆ ਲੱਗਦੀ ਹੈ। ਚੀਨੀ ਨੂੰ ਬਹੁਤ ਵਧੀਆ ਚੀਜ਼ ਹੈ ਸ਼ੱਕਰ, ਪਰ ਲੋਕ ਜੇ ਪੀਣ ਇਹ ਚੀਜ਼ ਨੂੰ ਲੋਕ ਹੌਲੀ ਹੌਲੀ ਸਾਥ ਦੇਣਗੇ, ਪਰ ਚੀਨੀ ਜਿਹੜੀ ਉਹ ਲੋਕਾਂ ਨੂੰ ਇੱਕ ਜਿਵੇਂ ਕਹਿੰਦਾ ਘੁਣ ਵਾਂਗੂ ਲੱਗ ਗਈ, ਉਹ ਹੌਲੀ ਹੌਲੀ ਸੁੱਟੂ। ਬਾਈ ਜੀ ਕਹਿੰਦੇ ਗੰਨੇ ਦੇ ਰਸ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ, ਗੁੜ ਬਣਾਇਆ ਜਾ ਸਕਦਾ, ਸ਼ੱਕਰ ਬਣਾਈ ਜਾ ਸਕਦੀ, ਬੜਾ ਕੁਝ ਬਣਾਇਆ ਜਾ ਸਕਦਾ। ਤੁਸੀਂ ਹੋਰ ਕੀ ਕੀ ਬਣਾਉਂਦੇ ਹੋ? ਅਸੀਂ ਵੀਰ ਜੀ ਹਾਲੇ ਤਾਂ ਗੰਨੇ ਦਾ ਰਸ ਜੀ ਅਸੀਂ ਰਸੇ ਬਣਾਇਆ ਪਿਆ, ਬਾਕੀ ਤਾਂ ਖੀਰ ਬਣਾਉਣ ਦੀ ਵਿਧੀ ਬਣਾਈ ਆ, ਤੇ ਅਸੀਂ ਸਲਾਹ ਬਣਾਈ ਆ ਵੀ ਅਸੀਂ ਪਤਾ ਜਿਹੜਾ ਕੁਛ ਹੈ ਵੀ ਗੁੜ ਵੀ ਯਾਰ ਸ਼ੱਕਰ ਵੀ ਬਣਾ ਕੇ ਉਹਦੇ ਰੱਖੀਏ। ਆਉਣ ਵਾਲੇ ਸਮੇਂ 'ਚ ਤੁਹਾਡਾ ਕੀ ਪਲੈਨਿੰਗ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਆਹ ਚੀਜ਼ਾਂ ਲੈ ਕੇ ਆਵਾਂਗੇ, ਜਾਂ ਫਿਰ ਗਾਹਕਾਂ ਦੀ ਕੀ ਡਿਮਾਂਡ ਆ? ਗਾਹਕ ਤੁਹਾਡੇ ਕੋਲ ਆਉਂਦੇ ਹੁਣ ਹਰ ਰੋਜ਼ ਨਵੇਂ ਗਾਹਕ ਔਰ ਨਵੀਂ ਸਲਾਹ ਦੇ ਕੇ ਜਾਂਦੇ ਹੋਣਗੇ। ਹਾਂ ਵੀਰ ਜੀ ਸਾਨੂੰ ਗਾਹਕ ਤਾਂ ਬਹੁਤ ਆਉਂਦੇ ਨੇ ਸਾਡੇ ਕੋਲੇ। ਹੁਣ ਜਿਵੇਂ ਮੰਨ ਲਓ ਹੁਣ 1 ਮਹੀਨਾ 15 ਦਿਨ ਦਾ ਮਸਾ ਸੀਜ਼ਨ ਰਹਿ ਗਿਆ ਗੰਨੇ ਦਾ, ਤੇ ਗਾਹਕ ਸਾਨੂੰ ਹੁਣ ਕਹਿੰਦੇ ਨੇ, ਆਪ ਇਹ ਕਹਿੰਦੇ ਨੇ ਵੀ ਉਸ ਤੋਂ ਬਾਅਦ ਕੀ ਕੰਮ ਦਾ ਸਲਾਹ ਬਣਾਈ ਹੈ। ਅੱਜ ਕੱਲ੍ਹ ਵੀ ਜਿਵੇਂ ਗਾਹਕ ਕਹਿਣਗੇ ਵੀ ਸਾਨੂੰ ਜਿਹੜੀ ਚੀਜ਼ ਦੀ ਡਿਮਾਂਡ ਕਰਨਗੇ ਅਸੀਂ ਉਹ ਚਲਾਵਾਂਗੇ। ਜ਼ਿਆਦਾਤਰ ਤਾਂ ਸਾਡੀ ਸਲਾਹ ਵੀ ਸੀ ਆਪਦੇ ਖੇਤੀ ਨਾਲ ਰਿਲੇਟਡ ਰਹੀਏ, ਪਰ ਅੱਜ ਕੱਲ੍ਹ ਲੋਕ ਖਾਣ ਪੀਣ ਵੱਧ ਨੂੰ ਜ਼ਿਆਦਾ ਧਿਆਨ ਦਿੰਦੇ ਨੇ, ਚਟਪਟੇ ਚੀਜ਼ਾਂ ਨੂੰ, ਤੇ ਬਾਕੀ ਤਾਂ ਉਹ ਚੀਜ਼ ਦੇ ਹਿਸਾਬ ਨਾਲ ਦੇਖਾਂਗੇ। ਬਾਈ ਜੀ ਗੱਲ ਤਾਂ ਉਹੀ ਆ ਨਾ ਕਿ 10 ਲੱਖ ਰੁਪਈਆ ਲਗਭਗ ਲਾ ਲਿਆ, ਗੰਨੇ ਦੇ ਰਸ 1.5-2 ਮਹੀਨੇ ਚੱਲੂਗਾ, ਇਦੋਂ ਬਾਅਦ 'ਚ 10 ਲੱਖ ਲੱਗੀ ਹੋਈ ਗੱਡੀ ਦਾ ਕੀ ਕਰੋਗੇ? ਇਹਦੇ 'ਚ ਕੀ ਰੱਖੋਗੇ, ਕੀ ਵੇਚੋਗੇ, ਕੀ ਸਿਸਟਮ ਚਲਾਓਗੇ? ਵੀਰ ਜੀ ਸਾਡੀ ਸਲਾਹ ਵੀ ਜਿਵੇਂ ਮੰਨ ਲਓ ਹੁਣ ਸਰਦੀਆਂ 'ਚ ਗਾਜਰ ਦਾ ਜੂਸ ਆ ਗਿਆ ਵਗੈਰਾ, ਤੇ ਆਪਣਾ ਕਿੰਨੂ ਆ ਗਏ, ਇਹ ਚੀਜ਼ਾਂ ਰਸ ਦੇ ਰੱਖਣ ਦੀ ਸਲਾਹ ਹੈ। ਬਾਕੀ ਦਾ ਸੂਪ ਵਗੈਰਾ ਵੀ ਰੱਖਣ ਦੀ ਸਲਾਹ ਹੈ। ਬਾਈ ਜੀ ਇੰਨਾ ਵੱਡੀ ਰਕਮ ਲਾਉਣ ਦਾ ਦਿਲ ਕਿਵੇਂ ਕੱਢ ਲਿਆ? ਬਹੁਤ ਘੱਟ ਜ਼ਮੀਨ ਦੇ ਮਾਲਕੋਂ, ਜ਼ਮੀਨ 'ਚੋਂ ਕਹਿੰਦੇ ਬਚਦਾ ਕੁਛ ਨਹੀਂ, ਤੁਸੀਂ ਵੱਖਰਾ ਹੀ ਕੰਮ ਵੱਢ ਲਿਆ ਤੇ ਲਾਇਆ 10 ਲੱਖ ਰੁਪਏ। ਐਡਾ ਦਿਲ ਕਿਵੇਂ ਕੱਢਿਆ, ਕੀ ਸੋਚ ਕੇ ਚੱਲੇ? ਵੀਰ ਜੀ ਜਿਵੇਂ ਕਹਿੰਦੇ ਹੁਣ ਜੱਟ ਨਾ ਮਰੇ ਜਿਵੇਂ ਕਹਿੰਦੇ ਮਰਦਾ ਜੱਟ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ, ਅੱਜ ਨਹੀਂ ਮਰੇ ਕੱਲ੍ਹ ਨੂੰ ਮਰੇ, ਮਰਨਾ ਤਾਂ ਹੈਗੀ ਇੱਕ ਦਿਨ। ਵੀ ਆਪਾਂ ਕਹਿੰਦੇ ਵੀ ਚਲੋ ਹੁਣ ਜਿਹੜੇ ਪੈਸੇ ਲਾਵਾਂਗੇ ਤਾਂ ਹੌਲੀ ਹੌਲੀ ਆਪੇ ਪੂਰੇ ਹੋ ਜਾਣਗੇ, ਕੋਈ ਗੱਲ ਨਹੀਂ। ਚੱਲ ਅੱਜ ਆਏ ਤਾਂ ਨਹੀਂ ਹੈਗਾ ਵੀ ਆਪਾਂ ਵੀ ਆਪਦੇ ਸਿਰ ਕੋਈ ਕਰਜ਼ਾ ਲੈ ਕੇ ਮਰਾਂਗੇ, ਜਿੰਨਾ ਕਿ ਆਪਾਂ ਨੂੰ ਉਨੇ ਕੁ ਦੀ ਆਪਣੀ ਗੱਡੀ ਹੈਗੀ ਆ ਜੇ ਆਪਾਂ ਨੂੰ ਹੀ, ਪਰ ਅਸੀਂ ਆਪਦੀ ਹਿੰਮਤ ਨਹੀਂ ਛੱਡਣੀ, ਪਰ ਅਸੀਂ ਆਪਦੇ ਕੰਮ ਨੂੰ ਪੂਰ ਚੜਾਵਾਂਗੇ। ਕਹਿੰਦੇ ਜਦੋਂ ਕੋਈ ਕਾਰੋਬਾਰ ਕਰਦੇ ਆ, ਬਿਜ਼ਨਸ ਕਰਦੇ, ਫਿਰ ਬਾਣੀਏ ਬਣਨਾ ਪੈਂਦਾ। ਹੁਣ ਬਾਣੀਏ ਬਣ ਕੇ ਕਰ ਰਹੇ ਹੋ ਕਿ ਜੱਟ ਬਣ ਕੇ ਕਰ ਰਹੇ ਹੋ? ਵੀਰ ਜੀ ਇਹ ਤਾਂ ਸਾਡੇ ਤਾਂ ਹਾਲੇ ਤਾਂ ਜਿਵੇਂ ਕਹਿੰਦੇ ਜੱਟ ਵਾਲੀ ਕੰਮ ਹੈ, ਹੌਲੀ ਹੌਲੀ ਬਾਣੀ ਵਾਲੀ ਸੋਚ ਵਰਤਾਵਾਂਗੇ ਤਾਂ ਥੋੜ੍ਹਾ ਜਿਹਾ ਕੰਮ ਚੱਲੂ। ਕਹਿੰਦੇ ਬਾਈ ਜੀ ਵਿਦੇਸ਼ਾਂ 'ਚ ਜਦੋਂ ਕੋਈ ਵੀ ਚਲਾ ਜਾਂਦਾ ਤੇ ਉੱਥੇ ਕੰਮ ਬੰਦਾ 6 ਦਿਨ ਕੰਮ ਕਰਦਾ ਤੇ 1 ਦਿਨ ਛੁੱਟੀ ਲਾਜ਼ਮੀ ਕਰਦਾ। ਤੁਹਾਡਾ ਕਿੱਦਾਂ ਸਿਸਟਮ ਵਿਦੇਸ਼ਾਂ ਦੀ ਤਰ੍ਹਾਂ ਜਾਂ ਫਿਰ ਜੱਟਾਂ ਦੀ ਤਰ੍ਹਾਂ ਕਿ ਲੱਗੇ ਰਹੋ 24 ਘੰਟੇ ਕਰੀ ਚਲੋ ਕੰਮ, ਸਾਰੇ ਟੱਬਰ ਨੂੰ ਨਾਲ ਜੋੜੀ ਰੱਖੋ, ਜਿਵੇਂ ਹਲਟ ਨਾਲ ਜੋੜੇ ਹੁੰਦੇ, ਇਦਾਂ ਚੱਲਦਾ ਜਾਂ ਫਿਰ ਵਿਦੇਸ਼ਾਂ ਨੂੰ ਚੱਲਦਾ? ਵੀਰ ਜੀ ਹਾਲੇ ਤਾਂ ਉਹੀ ਜਿਵੇਂ ਕਹਿੰਦਾ ਜੱਟਾਂ ਵਾਲੀ ਆਦਤ ਹੈ। ਹਾਲੇ ਤਾਂ ਜੱਟ ਜਿਵੇਂ ਕਹਿੰਦੇ ਜੱਟ ਨੂੰ ਜਨਾ ਜੇਕਰ ਜੱਟ ਦੇ ਸਿਰ 'ਚ ਜੁੱਤੀਆਂ ਨਾ ਪੈਣ, ਜੱਟ ਉਹਨਾਂ ਜੇਕਰ ਸਿੱਧਾ ਨਹੀਂ ਹੁੰਦਾ, ਠੀਕ ਹੈ। ਪਰ ਅਸੀਂ ਕਹਿੰਦੇ ਵੀ ਜੱਟਾਂ ਨੂੰ ਵਧੀਆ ਜੇ ਕੰਮ ਲੱਗੇ ਰਹਿਣਾ, ਜਿਵੇਂ ਕਹਿੰਦਾ ਵਿਹਲਾ ਦਿਮਾਗ ਸਤਾਨੀ ਦਾ ਘਰ ਹੁੰਦਾ, ਪਰ ਅਸੀਂ ਕਹਿੰਦੇ ਵਧੀਆ ਅਸੀਂ ਆਪਦੇ ਕੰਮ 'ਚ ਲੱਗੇ ਹੋਏ ਹਾਂ, ਸਾਨੂੰ ਕੋਈ ਉਹ ਨਹੀਂ। ਅੱਜ ਦਾ ਕਹਿੰਦਾ ਵੀ ਜਦੋਂ ਕੋਈ ਕੰਮ ਆਇਆ ਉਦੋਂ ਆਪੇ ਛੁੱਟੀ ਮਾਰ ਲਓ, ਨਹੀਂ ਵਿਹਲੇ ਰਹਿ ਕੇ ਕੀ ਘਰੇ ਕਰਨਾ, ਐਵੇਂ ਘਰੇ ਲੜਾਈ ਹੋਊ ਜਾਂ ਆਪਾਂ ਕੋਈ ਕਿਸੇ ਨਾਲ ਹੋਰ ਖੇਪਣਾਂਗੇ, ਉਹਦੇ ਨਾਲ ਬਿਹਤਰ ਵੀ ਆਪਦਾ ਕੰਮ ਕਰ ਲਓ, ਆਪਦੇ ਕੰਮ 'ਚ ਬਿਜ਼ੀ ਰਹੋ। ਘਰ ਦੇ ਨਹੀਂ ਕਹਿੰਦੇ ਕਿ ਸਾਨੂੰ ਭੱਠੀ ਦੇ ਮੂਹਰੇ ਬਿਠਾਉਣ ਦਾ ਖੀਰ ਬਣਾਉਣ ਵਾਸਤੇ, ਤੇ ਖਾਲਸਾ ਜੀ ਆਪ ਕੂਲਰ ਲਾ ਕੇ ਠੰਡਾ ਬੈਠ ਜਾਂਦੇ ਗੱਡੀ 'ਚ? ਨਹੀਂ ਬਾਈ ਜੀ ਇਹੋ ਜਿਹਾ ਕੋਈ ਗੱਲ ਨਹੀਂ, ਘਰੋਂ ਕਹਿੰਦੇ ਸਾਡਾ ਸਵੇਰੇ ਤਾਂ ਸਾਡੇ ਨਾਲ ਪਰਿਵਾਰ ਸਾਰਾ ਲੱਗਿਆ ਹੁੰਦਾ, ਅਸੀਂ ਵੀ ਸਵੇਰੇ ਸਾਨੂੰ ਵੀ ਦੇਖਦੇ ਨੇ, ਜੋ ਅਸੀਂ ਗਰਮੀ ਹੋਏ ਨਾ ਗੱਡੀ ਦੇ ਵਿੱਚ ਕਦੇ ਵੜ ਕੇ ਕਦੇ ਉੱਤਰ ਗਏ, ਕਦੇ ਆਹ ਕਰ ਲਓ ਕਦੇ ਉਹ ਕਰ ਲਓ, ਸਵੇਰੇ ਸਾਡੀ ਵੀ ਪੂਰੀ ਭਿਆਂ ਹੋਈ ਹੁੰਦੀ ਹੈ ਗਰਮੀ ਨਾਲ। ਤੇ ਚਲੋ ਸਵੇਰੇ ਠੰਡ ਹੁੰਦੀ ਹੈ, ਉਹਦੇ ਕਰਕੇ ਕੋਈ ਇੰਨਾ ਪਤਾ ਵੀ ਨਹੀਂ ਲੱਗਦਾ, ਪਰ ਫਿਰ ਦਿਨੇ ਅਸੀਂ ਗੱਡੀ 'ਚ ਰਹਿੰਦੇ। ਕੀ ਬਾਈ ਜੀ ਰੇਟ ਰੱਖਿਆ? ਜਿਵੇਂ ਗੰਨੇ ਦਾ ਰਸ ਹੋ ਗਿਆ, ਕਿੰਨੇ ml 'ਚ ਕਿੰਨੇ ਦਾ? ਔਰ ਖੀਰ ਦੀ ਗੱਲ ਕਰੀਏ, ਕਿੰਨੀ ਕੁਆਂਟੀਟੀ ਔਰ ਕੀ ਰੇਟ ਆ ਉਹਦਾ? ਵੀਰ ਜੀ ਖੀਰ ਸਾਡੀ ਇੱਕ 20 ਰੁਪਏ ਤੋਂ ਇੱਕ 30 ਰੁਪਏ ਦੀ ਪੈਕਿੰਗ ਰੱਖੀ ਹੋਈ ਆ, ਤੇ ਗੰਨੇ ਦਾ ਰਸ ਜਿਹੜਾ ਸਿੰਪਲ ਹੈ
ਉਹ 20 ਤੋਂ 30 ਰੁਪਏ ਦਾ, ਜਿਹੜਾ ਆਪਣੇ ਫਲੇਵਰਾਂ ਨਾਲ ਨੇ ਉਹ 30 ਤੋਂ 40 ਰੁਪਏ ਦਾ। ਬਾਈ ਜੀ ਕੀ ਇਨਕਮ ਮੰਨਦੇ ਹੋ ਪਰ ਕਿੱਲਾ, ਕਿ ਜਿਵੇਂ ਤੁਹਾਡੇ ਕਿੱਲਾ ਇੱਕ ਇਸ ਵਾਰ ਤੁਹਾਡਾ ਗੰਨਾ ਲੱਗਿਆ ਵਾ ਰਿਸ਼ਤੇਦਾਰਾਂ 'ਚ, ਤੁਸੀਂ ਉਹ ਰਸ ਕੱਢ ਕੇ ਵੇਚ ਦੋਗੇ, ਨਹੀਂ ਤਾਂ ਗੁੜ ਬਣਾ ਲਓਗੇ, ਕੀ ਇਨਕਮ ਮੰਨਦੇ ਹੋ? ਕਿ ਜੇ ਕਣਕ ਝੋਨਾ ਮੰਨੀਏ ਤਾਂ 1,10,000 ਰੁਪਈਆ ਉਹਦਾ ਵਟਤ ਹੁੰਦੀ ਆ, ਉਹਦੇ 'ਚੋਂ ਖਰਚੇ ਵੀ ਨਿਕਲ ਜਾਂਦੇ ਆ, ਹੈ ਨਾ। ਤੇ ਇਹਦੇ ਕੀ ਮੰਨਦੇ ਹੋ? ਲੱਗਦਾ ਕਿ ਜਿਸ ਤਰੀਕੇ ਤੁਸੀਂ ਗੰਨੇ ਦਾ ਰਸ ਵੇਚ ਰਹੇ ਹੋ, ਹਰ ਗੰਨੇ ਦਾ ਰਸ ਤੁਸੀਂ ਵੇਚਣਾ, ਬਹੁਤ ਸਾਰੀਆਂ ਹੋਰ ਚੀਜ਼ਾਂ ਤੁਸੀਂ ਨਾਲ ਬਣਾਓਗੇ, ਖੀਰ ਬਣਾ ਰਹੇ ਹੋ, ਆਉਣ ਵਾਲੇ ਸਮੇਂ 'ਚ ਤੁਸੀਂ ਜਿਹੜਾ ਸਿਸਟਮ 'ਚ ਵਾਧਾ ਕਰੋਗੇ, ਲੱਗਦਾ ਕਿ 5 ਤੋਂ 4 ਲੱਖ ਰੁਪਏ ਇਨਕਮ ਕਿੱਲੇ ਦੀ ਹੋ ਸਕਦੀ ਹੈ ਇਸ ਤਰੀਕੇ? ਵੀਰ ਜੀ ਹੋ ਤਾਂ ਸਕਦੀ ਹੈ, ਪਰ ਹੌਲੀ ਹੌਲੀ ਹੋਊਗੀ। ਜੇ ਆਪਾਂ ਕਹੀਏ ਵੀ ਅੱਜੇ ਆਪਣੀ ਸਾਰੀ ਇਨਕਮ ਹੋ ਜੇ, ਇਹ ਤਾਂ ਨਹੀਂ ਹੁੰਦੀ। ਹੌਲੀ ਹੌਲੀ ਜਿਉਂ ਬੰਦੇ ਨੂੰ, ਜਿਵੇਂ ਮੰਨ ਲਓ ਉਹੀ ਗੱਲ ਆ ਗਈ, ਜਿਵੇਂ ਬਾਣੀਆਂ ਵਾਲਾ ਬਣ ਕੇ ਫਿਰ ਇਨਕਮ ਕਹੂਗੀ। ਹਾਲੇ ਤਾਂ ਆਪਾਂ ਜੱਟਾਂ ਵਾਲੇ ਹਿਸਾਬ 'ਚ ਆ ਵੀ ਕੋਈ ਗੱਲ ਨਹੀਂ ਯਾਰ, ਕੋਈ ਆਪਾਂ ਚੱਲ ਜੂਗਾ, ਐਤਕੀ ਘੱਟ ਹੈ, ਕੋਈ ਨਾ ਕਹਾਂ ਨੂੰ ਸਹੀ। ਜੱਟਾਂ ਵਾਲੀ ਨਹੀਂ, ਆਪਾਂ ਨੂੰ ਬਾਣੀਆਂ ਬਣ ਕੇ ਹੀ ਚੱਲਣਾ ਪਊਗਾ, ਕਿਉਂ ਜੇ ਬਾਣੀਆਂ ਬਣ ਕੇ ਚੱਲਾਂਗੇ ਤਾਂ ਆਪਾਂ ਕੁਝ ਬਚਾ ਲਾਂਗੇ। ਜੇ ਆਪਾਂ ਜੱਟਾਂ ਵਾਲੀ ਇਹੋ ਜਿਹੇ 'ਚ ਰਹਿ ਜਾਾਂਗੇ ਫਿਰ ਆਪਾਂ ਨੂੰ ਕੋਈ ਪੱਲੇ। ਇਸ ਤੋਂ ਪਹਿਲਾਂ ਕੀ ਕਰਦੇ ਸੀ ਤੁਸੀਂ? ਵਿਦੇਸ਼ 'ਚ ਸੀ ਜਾਂ ਪੰਜਾਬ ਸੀ ਜਾਂ ਕੀ ਕੰਮ ਕਰਦੇ ਸੀ? ਵੀਰ ਜੀ ਮੈਂ ਪਹਿਲਾਂ ਖੇਤੀ ਕਰਦੇ ਸੀ ਅਸੀਂ, ਕੋਈ ਉਹ ਨਹੀਂ, ਕੋਈ ਬਾਹਰ ਨਹੀਂ ਗਏ। ਚਲੋ ਆਪਣੇ ਰਿਸ਼ਤੇਦਾਰੀ 'ਚੋਂ ਬਾਹਰ ਗਏ ਹੋਏ ਨੇ, ਚਲੋ ਉਹਨਾਂ ਦੀ ਆਪਦੀ ਪਹੁੰਚ ਮੁਤਾਬਕ ਗਏ ਨੇ, ਪਰ ਸਾਨੂੰ ਉਹਨਾਂ ਨੇ ਆਪਦਾ ਵਧੀਆ ਸਾਥ ਦਿੱਤਾ ਸਾਨੂੰ। ਤੇ ਉਹਨਾਂ ਜੋ ਸਾਨੂੰ ਗੱਲਾਂ ਬਾਤਾਂ ਕਰਦੇ ਆ ਆਪਣੇ ਰਿਸ਼ਤੇਦਾਰੀ 'ਚ ਮੰਗੂ, ਫਿਰ ਉਹ ਸਾਨੂੰ ਦੱਸਦੇ ਨੇ, ਫਿਰ ਅਸੀਂ ਇਹ ਗੱਲਾਂ ਸੋਚ ਕੇ ਕਿਹਾ ਵੀ ਆਪਾਂ ਆਪਦੀ ਕੰਮ ਚਲਾਓ। ਖੇਤੀਬਾੜੀ ਕਰਦੇ ਸੀ, ਕਿਸ ਤਰ੍ਹਾਂ ਦੀ ਖੇਤੀਬਾੜੀ ਕਰਦੇ? ਇਸੇ ਤਰ੍ਹਾਂ ਗੰਨਾ ਵਗੈਰਾ ਲਾਉਂਦੇ ਸੀ, ਸਬਜ਼ੀ ਲਾਉਂਦੇ ਸੀ, ਜਾਂ ਫਿਰ ਕਣਕ ਝੋਨਾ? ਵੀ ਜੀ ਅਸੀਂ ਖੇਤੀ ਆਪਦੀ ਫਸਲ ਮਾੜੀ ਮੋਟੀ ਸਬਜ਼ੀ ਭਾਜੀ ਆਪਦੇ ਜੋਗਰੀ ਲਾਉਂਦੇ ਸੀ, ਤੇ ਬਾਕੀ ਦਾ ਗੰਨਾ ਤਾਂ ਅਸੀਂ ਥੋੜਾ ਮੋਟਾ ਹੀ ਉਹ ਕਰਦੇ ਸੀ ਆਪਦੇ ਜੋਗਰਾ ਹੀ, ਤੇ ਬਾਕੀ ਦੇ ਅਸੀਂ ਜੀਰੀ ਔਰ ਕਣਕੇ ਬੀਜਦੇ ਸੀ। ਅੱਜ ਕੱਲ੍ਹ ਬਾਈ ਜੀ ਆਰਗੈਨਿਕ ਦੀ ਗੱਲ ਬੜੀ ਚੱਲਦੀ ਆ, ਕਹਿੰਦੇ ਬਿਮਾਰੀਆਂ ਨੇ ਲੋਕਾਂ ਨੂੰ ਘੇਰਾ ਪਾ ਲਿਆ, ਕੈਂਸਰ ਤੱਕ ਦੀਆਂ ਭਿਆਨਕ ਬਿਮਾਰੀਆਂ ਮਾਲਵੇ 'ਚ ਪੈਰ ਪਸਾਰੀ ਬੈਠੀਆਂ। ਬੜੇ ਹਰ ਘਰ 'ਚ, ਹਰ ਤੀਜੇ ਘਰ 'ਚ ਇਹੋ ਜਿਹੀਆਂ ਬਿਮਾਰੀਆਂ, ਕਿਸੇ ਨੂੰ ਬਲੱਡ ਕੈਂਸਰ ਹੈ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਬਲੱਡ ਵੱਧਦਾ ਹੈ, ਕਿਸੇ ਨੂੰ ਘਟਦਾ, ਹੋਰ ਬੜੀਆਂ ਬਿਮਾਰੀਆਂ ਹੈ। ਤਾਂ ਬਾਈ ਜੀ ਇਸ ਕਰਕੇ ਧਾਰਨਾ ਜੀ ਲੋਕਾਂ ਦੀ ਬਣ ਚੁੱਕੀ ਆ ਕਿ ਆਰਗੈਨਿਕ ਖਾਓ ਤੇ ਬਿਮਾਰੀਆਂ ਤੋਂ ਛੁਟਕਾਰਾ ਪਾਓ। ਹਰ ਬੰਦਾ ਕਹਿੰਦਾ ਕਿ ਮੈਂ ਆਰਗੈਨਿਕ ਗੰਨਾ ਲਵਾਂ, ਆਰਗੈਨਿਕ ਦਾਲ ਸਬਜ਼ੀਆਂ ਲਵਾਂ, ਆਰਗੈਨਿਕ ਮੈਂ ਕੋਈ ਮਿਰਚ ਹਲਦੀ ਲਵਾਂ, ਹਰ ਚੀਜ਼ ਆਰਗੈਨਿਕ ਭਾਲਦਾ, ਕਿਉਂਕਿ ਹਰ ਘਰ 'ਚ ਬਿਮਾਰੀ ਪੈਰ ਪਸਾਰੀ ਬੈਠੀ ਆ। ਤੇ ਤੁਹਾਡਾ ਜਿਹੜਾ ਗੰਨਾ ਹੈ ਆਰਗੈਨਿਕ ਆ ਕਿ ਰੇ ਸਪਰੇ ਵਾਲਾ? ਔਰ ਜੇ ਆਰਗੈਨਿਕ ਆ ਤੇ ਉਹਦੀ ਪਰਖ ਕੀ ਆ? ਜੇ ਰੇ ਸਪਰੇ ਵਾਲਾ ਤੇ ਫਿਰ ਬੈਨੀਫਿਟ ਕੀ ਆ? ਵੀਰ ਜੀ ਆਰਗੈਨਿਕ ਨੂੰ ਲੋਕਾਂ ਨੂੰ ਬਿਮਾਰੀਆਂ ਇਹ ਹੋ ਗਈਆਂ ਕਿ ਲੋਕਾਂ ਦਾ ਵਿਸ਼ਵਾਸ ਹੀ ਉੱਠ ਗਿਆ, ਕਿਉਂ ਜ਼ਹਿਰਾਂ ਇਹ ਜਿਹੀਆਂ ਨੇ ਸਪਰੇਆਂ 'ਚ। ਜੇ ਆਪਾਂ ਦੁਕਾਨ ਤੋਂ ਸਪਰੇਅ ਲੈਣ ਜਾਂਦੇ ਹਾਂ ਤਾਂ ਉਹ 'ਚ ਮੰਨ ਲਓ ਕਹਿਣ ਨੂੰ ਕੁਝ ਹੋਰ ਹੈ, ਕਰਨ ਨੂੰ ਵਿੱਚੋਂ ਕੁਝ ਹੋਰ ਨਿਕਲਦਾ। ਕਿਉਂ ਹੁਣ ਜਿਹੜੇ ਆਪਣੀ ਖੇਤੀ ਹੈ ਇਹ ਇਹੋ ਜਿਹੀ ਮੰਨ ਲਓ ਬਿਮਾਰੀਆਂ 'ਚ ਇੱਕ ਲੱਗ ਗਈਆਂ ਖੇਤੀ ਨੂੰ, ਵੀ ਜਿਹੜੀਆਂ ਦਵਾਈਆਂ ਬਿਨਾਂ ਨਹੀਂ ਲੋਟ ਆ ਰਹੀਆਂ, ਪਰ ਉਹ 'ਚ ਦਵਾਈਆਂ 'ਚ ਵੀ ਇੰਨੇ ਉਹ ਨੇ ਜ਼ਹਿਰਾਂ ਵੀ ਉਹ ਜਿਵੇਂ ਕਹਿੰਦੇ ਜ਼ਮੀਨ ਦੀ ਪਰਤਾਂ ਖਤਮ ਕਰਤੀਆਂ। ਪਰ ਜਿਵੇਂ ਕਹਿੰਦੇ ਸਾਨੂੰ ਵੀ ਕਰਦੇ ਤਾਂ ਹੈਗੇ ਆ, ਪਰ ਸਾਨੂੰ ਬਹੁਤ ਮੁਸ਼ਕਲ ਆਉਂਦੀ ਆ ਖੇਤੀ ਉਹ ਕਰਨ ਤੇ, ਆਰਗੈਨਿਕ ਕਰਨ ਤੇ। ਪਰ ਜ਼ੋਰ ਵੱਧ ਲਾ ਕੇ ਜਿਵੇਂ ਮੰਨ ਲਓ ਦੇਸੀ ਚੀਜ਼ਾਂ ਦਾ ਸਪਰੇਅ ਕਰਨੀ, ਜਿਵੇਂ ਹੁਣ ਨਿੰਮ ਦੀ ਸਪਰੇਅ ਕਰਨੀ ਹੈ, ਤੇ ਆਪਣੇ ਮੰਨ ਲਓ ਗੋਹੇ ਦੇ ਭਿਉਂ ਕੇ ਉਹਦੀ ਸਪਰੇਅ ਕਰਨੀ, ਉਹਦੇ ਨਾਲ ਸਾਡੇ ਉਹ ਹੁੰਦੀ। ਥੋੜੀ ਬਹੁਤੀ ਪੈਸਟੀਸਾਈਡ ਵੀ ਕਰਦੇ ਹੋ, ਸਪਰੇਅ ਕਰਦੇ ਹੋ? ਮਾੜੀ ਮੋਟੀ ਬਾਹਰਲੀ ਸਾਈਡਾਂ ਤੇ ਜਿਵੇਂ ਮੰਨ ਲਓ ਆਪਾਂ ਬਿਮਾਰੀ ਰੋਕਣ ਤੋਂ ਮੰਨ ਲਓ ਸਾਈਡ ਤੇ ਉੱਧਰ ਕਰਦੇ ਆ, ਨਹੀਂ ਅਸੀਂ ਵਿੱਚ ਨਹੀਂ। ਗੰਨਾ ਜਿਹੜਾ ਲਾਇਆ ਬਾਈ ਜੀ, ਗੰਨਾ ਲਾਉਣ ਦੇ ਨਾਲ ਨਾਲ ਹਲਦੀ ਲਾਈ ਜਾ ਸਕਦੀ ਹੈ, ਹੋਰ ਧਨੀਆ ਲਾਇਆ ਜਾ ਸਕਦਾ, ਬੜਾ ਕੁਝ ਲਾਇਆ ਜਾ ਸਕਦਾ। ਤੁਹਾਡਾ ਨਰੋਲ ਗੰਨਾ ਲਾਇਆ ਜਾਂ ਫਿਰ ਨਾਲ ਹੋਰ ਵੀ ਕੁਝ? ਸਾਡੀ ਹਲਦੀ ਵੀ ਲਾਉਣੇ ਜੀ ਅਸੀਂ ਆਪਦੀ, ਅਸੀਂ ਆਪਦੇ ਖਾਣ ਜੋਗਰੀ ਅਸੀਂ ਹਲਦੀ ਲਾਉਣੇ, ਆਪਦੇ ਜਿਹੜੇ ਖੇਤ ਦੇ ਖਾਲ ਨੇ ਉਹਨਾਂ ਤੇ ਅਸੀਂ ਆਪਦੀ ਹਲਦੀ ਲਾਉਣੇ ਆ, ਉਹ ਅਸੀਂ ਆਪਦੇ ਘਰੇ ਵਰਤਦੇ ਹਾਂ। ਸਾਡੇ ਕੋਲ ਜਿਵੇਂ ਮਤਲਬ ਪਿੰਡ 'ਚ ਹੋਰ ਵੀ ਲੈ ਜਾਂਦੇ ਨੇ ਸਾਡੇ ਕੋਲੇ। ਤਾਂ ਬਾਈ ਜੀ ਤੁਸੀਂ ਜਿਹੜਾ ਇਹ ਸਿਸਟਮ ਲਾਉਂਦੇ ਹੋ, ਕਿੰਨੇ ਤੋਂ ਕਿੰਨੇ ਵਜੇ ਤੱਕ ਲਾਉਂਦੇ ਹੋ ਔਰ ਕਿਹੜੇ ਕਿਹੜੇ ਥਾਵਾਂ ਤੇ ਲਾਉਂਦੇ ਹੋ ਸੰਗਰੂਰ ਦੇ ਵਿੱਚ? ਅਸੀਂ ਵੀਰ ਜੀ ਸਵੇਰੇ 10 ਵਜੇ ਦੇ ਕਰੀਬ ਅਸੀਂ ਸੰਗਰੂਰ ਸ਼ਹਿਰ 'ਚ ਆ ਜਾਂਦੇ ਹਾਂ। ਅਸੀਂ ਸ਼ਾਮ ਨੂੰ ਦੁਪਹਿਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਕੋਲਾ ਪਾਰਕ 'ਚ ਹੁੰਦੇ ਹਾਂ, ਤੇ ਉਸ ਤੋਂ ਬਾਅਦ ਅਸੀਂ ਨਾਨਕੇੜਾ ਰੋਡ 'ਤੇ। 2 ਟਿਕਾਣੇ ਕਿਉਂ? 2 ਟਿਕਾਣੇ ਇਸ ਤਰ੍ਹਾਂ ਵੀਰ ਜੀ, ਉੱਥੇ ਫਿਰ ਆਵਾਜਾਈ ਉੱਥੇ ਸ਼ਹਿਰ 'ਚ ਹੋ ਜਾਂਦੀ ਹੈ, ਖਤਮ ਹੋਣ ਲੱਗ ਜਾਂਦੀ ਹੈ, ਕਿਉਂ ਗਾਹਕ ਜਾਣ ਆਉਣ ਖੜਨੋਂ ਹਟ ਜਾਂਦੇ ਨੇ, ਕਿਉਂਕਿ ਉੱਥੇ ਧੁੱਪ ਦੀ ਦਿੱਕਤ ਆਉਂਦੀ ਜ਼ਿਆਦਾ। ਫਿਰ ਇੱਥੇ ਰੋਡ ਦੇ ਉੱਤੇ ਜਿਉਂ ਗਾਹਕ ਨੇ ਪਿੰਡ ਨੂੰ ਜਾਣਾ ਹੁੰਦਾ, ਜਾਂ ਕਿਸੇ ਨੇ ਜਿਵੇਂ ਮੰਨ ਲਓ ਇੱਧਰ ਸੈਰ ਕਰਨ ਵਾਲੇ ਆਉਂਦੇ ਨੇ, ਤਾਂ ਉਹ ਇੱਥੇ ਖੜ੍ਹ ਕੇ ਸਾਡੇ ਕੋਲ ਜੂਸ ਪੀ ਕੇ ਜਾਂਦੇ। ਜੀ ਜਿਹੜੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਆ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇੱਥੇ ਅਸੀਂ ਕੰਮ ਕਰਾਂਗੇ ਤਾਂ ਉਹਦੀ ਕਦਰ ਨਹੀਂ ਹੈ, ਖੇਤੀ ਕਰਾਂਗੇ ਤਾਂ ਉਹ ਲਾਹੇਵੰਦ ਧੰਦਾ ਨਹੀਂ, ਜਿਵੇਂ ਪਹਿਲਾਂ ਗੱਲ ਕੀਤੀ ਹੈ। ਜੇ ਕੋਈ ਬਿਜ਼ਨਸ ਕਰਾਂਗੇ ਕਹਿੰਦਾ ਘਾਟਾ ਉਧਾਰ ਪੈ ਜਾਂਦਾ, ਉਹ ਪੂਰਾ ਪੈਸਾ ਨਹੀਂ ਮਿਲਦਾ, ਲੋਕ ਪੈਸਾ ਦਿੰਦੇ ਨਹੀਂ ਜਾਂ ਪੈਸਾ ਬਚਦਾ ਨਹੀਂ। ਕੀ ਕਹਿਣਾ ਚਾਹੋਗੇ? ਵਿਦੇਸ਼ ਨੌਜਵਾਨਾਂ ਨੂੰ ਜਾਣਾ ਚਾਹੀਦਾ ਜਾਂ ਫਿਰ ਇੱਥੇ ਕੋਈ ਆਪਣਾ ਕਿੱਤਾ ਅਪਣਾਉਣਾ ਚਾਹੀਦਾ? ਵੀਰ ਜੀ ਜਾਣ ਵਾਲਾ, ਵਿਦੇਸ਼ ਜਾਣ ਵਾਲੇ ਨੇ ਜਿਨ੍ਹਾਂ ਨੇ ਜਾਣਾ ਉਹਨਾਂ ਨੂੰ ਤਾਂ ਜਾਣੇ, ਜੇ ਉਹਨਾਂ ਆਪਾਂ ਰੋਕ ਵੀ ਨਹੀਂ ਸਕਦੇ। ਫਿਰ ਵੀ ਤੁਹਾਡੀ ਆਪਾਂ ਇੰਨੀ ਕੁ ਗੱਲ ਸਮਝਾ ਸਕਦੇ ਹਾਂ ਉਹਨਾਂ ਨੂੰ ਵੀ ਚਾਹੇ ਕੰਮ ਥੋੜਾ ਕਰ ਲਓ, ਵੀ ਇਹ 'ਚ ਇਹ ਨਹੀਂ ਕਹੇਗਾ ਵੀ ਗਾਹਕਦਾਰੀ ਆਪਾਂ ਕਹਿਣਾ ਵੀ ਉਧਾਰੀ ਪੈ ਗਈ। ਉਹ ਉਧਾਰੀ ਵਾਲੇ ਨੂੰ ਸਮਝਾਓ ਵੀ ਵੀਰ ਜੀ ਸਾਡਾ ਇਹਦੇ ਨਾਲ ਰੋਜ਼ਗਾਰ ਤੋਰੀ ਫੁਲਕਾ ਇਹਦੇ ਨਾਲ ਹੀ ਚੱਲੂਗਾ, ਵੀ ਸਾਡਾ ਉਧਾਰੀ ਕਰਕੇ ਇੰਨਾ ਕੰਮ ਨਹੀਂ ਚੱਲਣਾ। ਹਾਂ ਮੰਨ ਲਓ ਇੱਕ ਅੱਧੇ ਦਿਨ ਦਾ ਉਧਾਰ ਸੁਧਾਰ ਮੰਨ ਦਿੰਦੇ ਆਪਾਂ,
ਜੇ ਹੁਣ ਆਪਾਂ ਨਿਰਾਪੁਰਾ ਕਹੀ ਜਾਈਏ ਵੀ ਆਪਾਂ ਧਾਰੇ ਖਾਈ ਜਾਈਏ, ਆਪਾਂ ਮੋੜੀਏ ਹੈ ਨਾ, ਫਿਰ ਉਹ ਲਿਆਉਣ ਵਾਲਾ ਵੀ ਅਸੀਂ ਜਿਵੇਂ ਮੰਨ ਲਓ ਹੁਣ ਸਾਡੇ ਕੋਲ ਜੇ ਧਾਰੀ ਚੱਲੀ ਜਾਊਗੀ, ਫਿਰ ਅਸੀਂ ਆਪਦਾ ਕਿੱਥੋਂ ਗਾਹਾਂ ਵਾਲਾ ਖਰਚ ਕਿੱਥੋਂ ਚਲਾਵਾਂਗੇ। ਉਹ ਗਾਹਕ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਜੇ ਇਹਨੂੰ ਅੱਜ ਆਪਾਂ ਧਾਰੀ ਕਰੇ ਤਾਂ ਉਹਨੂੰ ਆਪਾਂ ਕੱਲ੍ਹ ਨੂੰ ਵਾਪਸੀ ਵੀ ਕਰੀਏ, ਤਾਂ ਉਹਦੇ ਮੁਤਾਬਕ ਵੀ ਤਾਂ ਆਪਣੀ ਉਹਦੀ ਦੁਕਾਨਦਾਰੀ ਚੱਲੇ। ਤਾਂ ਬਈ ਜੀ ਜੇ ਮੰਨ ਲਓ ਕੋਈ ਇਦਾਂ ਦਾ ਕੋਈ ਕਾਰੋਬਾਰ ਕਰਨਾ ਚਾਹੁੰਦਾ ਹੋਵੇ, ਕੋਈ ਮੋਗੇ 'ਚ ਕਰਨਾ, ਕੋਈ ਲੁਧਿਆਣੇ 'ਚ, ਕੋਈ ਪਟਿਆਲੇ 'ਚ, ਸੰਗਰੂਰ ਤੁਸੀਂ ਕਵਰ ਕਰੀ ਬੈਠੇ ਹੋ, ਹਰ ਸ਼ਹਿਰ 'ਚ ਇਦਾਂ ਦੀ ਚੀਜ਼ ਚਾਹੀਦੀ ਹੈ ਕਿਉਂਕਿ ਆਰਗੈਨਿਕ ਗੰਨਾ ਤੇ ਵਧੀਆ ਚੀਜ਼ਾਂ ਜਿਹੜੀਆਂ ਤੁਹਾਡੇ ਬਣਾ ਰਹੇ ਹੋ, ਵਿਲੱਖਣ ਤਰੀਕੇ ਖੀਰ, ਹੋ ਸਕਦਾ ਕਿ ਪੰਜਾਬ ਭਰ ਤੋਂ ਹੁਣ ਤੁਹਾਡੇ ਕੋਲ ਇੱਥੇ ਲੋਕ ਆਉਣ ਲੱਗ ਜਾਣ ਕਿ ਇੱਕ ਵਾਰ ਬਾਈ ਦੀ ਖੀਰ ਦਾ ਟੇਸਟ ਜ਼ਰੂਰ ਦੇਖ ਕੇ ਆਈਏ। ਗੰਨੇ ਦਾ ਰਸ ਕਿਤੇ ਨਾ ਕਿਤੇ ਤਾਂ ਜ਼ਰੂਰ ਪੀ ਲਿਆ ਹੋਊਗਾ, ਹਰ ਸ਼ਹਿਰ 'ਚ ਮਿਲ ਸਕਦਾ, ਇਦਾਂ ਦੀਆਂ ਮਸ਼ੀਨਾਂ ਬਹੁਤ ਸਾਰੀਆਂ ਆ ਗਈਆਂ। ਪਰ ਜਿਹੜੇ ਲੋਕ ਇਦਾਂ ਦਾ ਕੰਮ ਕਰਨਾ ਚਾਹੁੰਦੇ ਹੋ ਕੀ ਉਹਨਾਂ ਨੂੰ ਸਲਾਹ ਦਿਓਗੇ ਕਿ ਕਰ ਲੈਣਾ ਚਾਹੀਦਾ? ਹਾਂ ਵੀਰ ਜੀ, ਅਸੀਂ ਸਭ ਨੂੰ ਸਲਾਹ ਦੇਣਾ ਚਾਹੁੰਦੇ ਹਾਂ, ਕਰਨੇ ਆ ਵੀ ਆਪਦਾ ਕੰਮ ਕਰ ਲਓ, ਥੋੜ੍ਹਾ ਕਰ ਲਓ ਕੋਈ ਗੱਲ ਨਹੀਂ, ਪਰ ਕਰੋ ਜ਼ਰੂਰ ਆਪਦਾ ਕੰਮ ਜਿਹੜੇ 'ਚ ਆਪਦੇ ਤੁਹਾਨੂੰ ਸੰਤੁਸ਼ਟੀ ਮਿਲੇ, ਵੀ ਕਿ ਬਾਹਰ ਉਹਦੇ ਪਿੱਛੇ ਭੜਕੋ ਨਾ ਵੀ ਅਸੀਂ ਇਹ ਕੰਮ ਕਰਨ 'ਚ ਸਾਨੂੰ ਸ਼ਰਮ ਆਉਂਦੀ ਜਾਂ ਕੋਈ ਸ਼ਰਮ ਆਪਦੀ ਕੀਲੇ 'ਤੇ ਲਾ ਕੇ ਟੰਗੋ ਤਾਂ ਆਪਾਂ ਕੁਝ ਬਚ ਜਾਵਾਂਗੇ। ਜੇ ਆਪਾਂ ਸ਼ਰਮ 'ਚ ਹੀ ਰਹਾਂਗੇ ਤਾਂ ਆਪਣੇ ਪੱਲੇ ਕੁਝ ਵੀ ਨਹੀਂ ਰਹਿਣਾ। ਤਾਂ ਇਸ ਕਰਕੇ ਹੁਣ ਜਿਵੇਂ ਮੰਨ ਲਓ ਕੱਲ੍ਹ ਸਾਡੇ ਕੋਲੇ ਵੀਰ ਆਏ ਸੀ ਹਰਿਆਣੇ 'ਚੋਂ, ਫੋਨ ਕਰਿਆ ਉਹਨਾਂ ਨੇ, ਕਹਿੰਦੇ ਵੀਰ ਜੀ ਅਸੀਂ ਤੁਹਾਡੀ ਇੰਟਰਵਿਊ ਦੇਖੀ ਸੀ ਅਤੇ ਤੁਹਾਡੇ ਕੋਲ ਖੀਰ ਆ। ਅਸੀਂ ਕਿਹਾ ਵੀ ਹਾਂ ਹੈਗੀ ਆ ਵੀ ਖੀਰ, ਕਹਿੰਦੇ ਵੀ ਅਸੀਂ ਤੁਹਾਡੀ ਸਪੈਸ਼ਲ ਖੀਰ ਖਾਣ ਆਉਣੇ। ਅਸੀਂ ਕਿਹਾ ਵੀ ਆਓ, ਅਤੇ ਉਹ ਖਾ ਕੇ ਗਏ ਖੀਰ, ਸਾਨੂੰ ਕਹਿੰਦੇ ਵੀ ਵੀਰ ਜੀ ਬਹੁਤ ਵਧੀਆ। ਫਿਰ ਉਹ ਸਾਨੂੰ ਪੁੱਛ ਕੇ ਗਏ, ਕਹਿੰਦੇ ਵੀ ਅਸੀਂ ਆਪਦੇ ਘਰੇ ਬਣਾਉਣੀ ਆ। ਉਹਨਾਂ ਨੇ ਚਲੋ ਕਹਿੰਦੇ ਵੀ ਸਾਡਾ ਗੰਨੇ ਦਾ ਅਸੀਂ ਆਪਦਾ ਕੰਮ ਕਰਦੇ ਹਾਂ, ਵੀ ਅਸੀਂ ਵੀ ਆਪ ਵੀ ਰਸ ਕੱਢਦੇ ਹਾਂ। ਅਸੀਂ ਕਿਹਾ ਵੀ ਵੀਰ ਜੀ, ਕਹਿੰਦਾ ਵੀ ਇਹਦੀ ਖੀਰ ਬਣਾਉਣ ਦੀ ਵਿਧੀ ਸਾਨੂੰ ਦੱਸ। ਫਿਰ ਅਸੀਂ ਉਹਨਾਂ ਨੂੰ ਦੱਸੀ ਵੀ ਐਂ ਕਰਕੇ ਉਹ ਕਰ ਲਓ। ਕਹਿੰਦੇ ਵੀਰ ਜੀ ਅਸੀਂ ਆਪ ਹੀ ਹਰਿਆਣੇ 'ਚ ਵੀ ਚਲਾਵਾਂਗੇ। ਖੀਰ ਦੀ ਗੱਲ ਛੋਟੀ ਜਿਹੀ ਰਹਿ ਗਈ ਬਾਈ ਜੀ, ਖੀਰ ਕੱਲੀ ਇਦਾਂ ਹੀ ਬਣਾਉਂਦੇ ਹੋ ਬਸ ਕਿ ਵਿੱਚ ਕੋਈ ਕਾਜੂ ਬਦਾਮ ਐਰਾ ਵਗੈਰਾ ਕੁਝ ਪਾਉਂਦੇ ਹੋ ਕਿ ਨਹੀਂ ਪਾਉਂਦੇ? ਅਸੀਂ ਵੀਰ ਜੀ ਪਹਿਲਾਂ ਤਾਂ ਅਸੀਂ ਸਿੰਪਲ ਖੀਰ ਤਾਂ ਘਰੋਂ ਤੋਂ ਅਸੀਂ ਸਿੰਪਲੇ ਬਣਾ ਕੇ ਲਿਆਉਣੇ ਆ। ਉਰੇ ਆ ਕੇ ਅਸੀਂ ਥੋੜ੍ਹੇ ਬਦਾਮ ਔਰ ਇਲਾਇਚੀ ਪਾਊਡਰ ਆਪਦਾ ਇਲਾਇਚੀਆਂ ਲੈ ਕੇ ਉਹਨੂੰ ਮਿਕਸੀ ਕਰਕੇ ਰੱਖਿਆ, ਉਹ ਵਿੱਚ ਪਾਉਣਾ, ਉਹ ਨਾਲ ਟੇਸਟ ਵਧੀਆ ਬਣ ਜਾਂਦਾ। ਬਾਈ ਜੀ ਹਰ ਚੀਜ਼ 'ਚ, ਹਰ ਕੰਮ 'ਚ, ਹਰ ਖਿੱਤੇ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਹੀ ਆਉਂਦੀਆਂ, ਇਨਸਾਨ ਨੂੰ ਔਕੜਾਂ ਆਉਂਦੀਆਂ। ਤਾਂ ਇਹਦੇ ਵਿੱਚ ਕੀ ਮੁਸ਼ਕਲਾਂ ਤੁਹਾਨੂੰ ਆ ਰਹੀਆਂ? ਸਾਨੂੰ ਵੈਸੇ ਕੋਈ ਇੰਨੀ ਕੋਈ ਮੁਸ਼ਕਲ ਵੀ ਨਹੀਂ ਹੈ ਨਹੀਂ ਵੀਰ ਜੀ, ਪਰ ਮੁਸ਼ਕਲ ਵੀ ਆਉਂਦੀ ਹੈ ਕਿਉਂ ਮੰਨ ਲਓ ਸਾਨੂੰ ਸਵੇਰੇ ਜਿਵੇਂ ਕਹਿੰਦਾ ਸਾਜਰੇ ਉੱਠਣਾ ਅਤੇ ਰਾਤ ਨੂੰ ਸਾਨੂੰ ਹਨੇਰੇ ਹੋ ਕੇ ਜਾਣਾ ਪੈਂਦਾ ਹੈ, ਅਤੇ ਬਾਕੀ ਤਾਂ ਸਾਡੇ ਘਰ ਦੇ ਕੰਮ ਨੇ ਜਿਹੜੇ ਥੋੜ੍ਹੇ ਬਹੁਤ ਮੁਸ਼ਕਲ ਆਉਂਦੀ ਆ ਉਹਨਾਂ ਨੂੰ ਸੈਟੀਸਫਾਈ ਕਰਨ 'ਚ, ਪਰ ਫਿਰ ਵੀ ਅਸੀਂ ਆਪਦਾ ਕੰਮ ਚਲਾਈ ਜਾਂਦੇ ਹਾਂ। ਤਾਂ ਵੇਸਟਿੰਗ ਤਾਂ ਨਹੀਂ ਜਾਂਦੀ ਸਮਾਨ ਦੀ, ਜਿੰਨਾ ਕਿ ਤੁਸੀਂ ਲੈ ਕੇ ਉਹਨੂੰ ਸਾਰਾ ਲੱਗ ਜਾਂਦਾ? ਹਾਂ ਵੀਰ ਜੀ, ਸਾਡਾ ਸਾਮਾਨ ਸਾਰਾ ਲੱਗ ਜਾਂਦਾ। ਸ਼ਾਮ ਨੂੰ ਅਸੀਂ ਐਂ ਮੰਨ ਲਓ ਵੀ ਅਸੀਂ ਜਿਵੇਂ ਕਹਿੰਦੇ ਕੱਪੜੇ ਝਾੜ ਕੇ ਜਾਂਦੇ ਹਾਂ, ਸਾਡੇ ਵਧੀਆ ਉਹ ਹੁੰਦੀ। ਬਹੁਤ ਵਧੀਆ ਗੱਲ ਹੈ, ਪ੍ਰਮਾਤਮਾ ਕਰੇ ਕਿ ਤੁਹਾਡਾ ਕਾਰੋਬਾਰ ਦੁੱਗਣਾ ਹੋਵੇ। ਤਾਂ ਦਰਸ਼ਕੋ, ਇਹ ਸੀ ਸੰਗਰੂਰ ਦੇ ਨਾਨਕੀਆਣਾ ਚੌਂਕ ਦੇ ਵਿੱਚ ਵੀਰ ਗੁਰਸਿੱਖ, ਜਿਨ੍ਹਾਂ ਨੇ ਗੰਨੇ ਦੇ ਰਸ ਦੀ ਇੱਕ ਐਸੀ ਮਸ਼ੀਨ ਲਾਈ ਹੈ ਕਿ ਜਿਸ 'ਚ ਨਾ ਬਰਫ਼ ਪਾਉਣੀ ਪੈਂਦੀ ਹੈ, ਗੰਨੇ ਦੇ ਰਸ ਆਟੋਮੈਟਿਕ ਉਹ ਮਸ਼ੀਨ ਟੈਂਪਰੇਚਰ ਸੈੱਟ ਕਰ ਦਿੰਦੀ ਹੈ। ਜਿੰਨੇ ਟੈਂਪਰੇਚਰ ਦਾ ਤੁਸੀਂ ਗੰਨੇ ਦਾ ਰਸ ਪੀਣਾ ਚਾਹੁੰਦੇ ਹੋ ਪੀ ਸਕਦੇ ਹੋ। ਔਰ ਵਿਲੱਖਣ ਤਰੀਕੇ ਦੀ ਇਹਨਾਂ ਨੇ ਸੰਗਰੂਰ ਦੇ ਵਿੱਚ ਆਪਣੇ ਘਰ 'ਚ ਗੰਨੇ ਦੇ ਰਸ ਦੀ ਖੀਰ ਬਣਾਈ ਹੈ। ਇਸ ਤੋਂ ਪਹਿਲਾਂ ਤੁਸੀਂ ਗੰਨੇ ਦੇ ਰਸ ਦੀ ਖੀਰ ਬਾਰੇ ਕਦੇ ਨਹੀਂ ਸੁਣਿਆ ਹੋਊਗਾ, ਕਦੇ ਵੀ ਖੀਰ ਨਹੀਂ ਖਾਧੀ ਹੋਵੇਗੀ। ਜੇਕਰ ਤੁਸੀਂ ਇਸ ਵੀਰ ਕੋਲੇ ਆ ਕੇ ਗੰਨੇ ਦਾ ਰਸ ਪੀਣਾ ਚਾਹੁੰਦੇ ਹੋ ਔਰ ਜਾਂ ਗੰਨੇ ਦੇ ਰਸ ਦੀ ਬਣੀ ਹੋਈ ਖੀਰ ਖਾਣੀ ਚਾਹੁੰਦੇ ਹੋ ਤਾਂ ਤੁਸੀਂ ਵੀਰ ਕੋਲੇ ਨਾਨਕੀਆਣਾ ਚੌਂਕ ਔਰ ਦੂਸਰਾ ਚੌਂਕ ਵੀਰ ਨੇ ਜੋ ਦੱਸਿਆ ਸੀ ਸੰਗਰੂਰ 'ਚ ਆ ਕੇ ਤੁਸੀਂ ਇਸ ਵੀਰ ਤੋਂ ਇਹ ਦੋਨੇ ਚੀਜ਼ਾਂ ਦਾ ਟੇਸਟ ਲੈ ਸਕਦੇ ਹੋ। ਸੋ ਦਰਸ਼ਕੋ, ਅੱਜ ਦੀ ਖਾਸ ਪੇਸ਼ਕਸ਼ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅਗਲੀ ਵਾਰ ਕਿਸੇ ਖਾਸ ਮਹਿਮਾਨ, ਕਿਸੇ ਖਾਸ ਸ਼ਖਸੀਅਤ, ਕਿਸੇ ਖਾਸ ਪਿੰਡ ਸ਼ਹਿਰ ਲੈ ਕੇ ਜਾਵਾਂਗੇ। ਸੋ ਦਰਸ਼ਕੋ, ਇਸ ਤੋਂ ਇਲਾਵਾ ਜੇਕਰ ਤੁਹਾਡੇ ਧਿਆਨ 'ਚ ਕੋਈ ਅਜਿਹਾ ਮਸਲਾ ਆਉਂਦਾ ਹੈ ਜਿਸ ਨੂੰ ਅਸੀਂ ਜਨਤਕ ਕਰ ਸਕਦੇ ਹਾਂ ਜਾਂ ਉਸ ਮਸਲੇ ਨੂੰ ਹੱਲ ਵੱਲ ਲਿਜਾ ਸਕਦੇ ਹਾਂ, ਜਾਂ ਤੁਹਾਡੇ 'ਚ ਹੈ ਕੁਝ ਵੱਖਰਾ ਕਰ ਦਿਖਾਉਣ ਦਾ ਜਜ਼ਬਾ, ਜਾਂ ਹੈ ਤੁਹਾਡੇ 'ਚ ਕੋਈ ਅਜਿਹਾ ਟੈਲੈਂਟ ਜੋ ਅਸੀਂ ਦੁਨੀਆ ਨੂੰ ਦਿਖਾ ਸਕਦੇ ਹਾਂ, ਤਾਂ ਤੁਸੀਂ ਸਾਡੇ ਨਾਲ ਤੁਰੰਤ ਸੰਪਰਕ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ 97802057। ਇੱਕ ਵਾਰ ਨੰਬਰ ਫਿਰ ਨੋਟ ਕਰੋ 97802057। ਸੋ ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਘੋਲੀਆ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।